ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਿਛਲੇ 10-15 ਸਾਲ ਤੋਂ ਇਸ ਐਕੈਡੈਮਿਕਸ ਦੇ ਵਿੱਚ ਹਾਂ ਅਤੇ ਪਹਿਲੀ ਵਾਰੀ ਪਰੰਪਰਾ ਦੇ ਬਾਰੇ ਵਿਚਾਰ ਚਰਚਾ ਦੇ ਵਿੱਚ ਪਿਆ ਵਾਂ। ਹੋ ਸਕਦਾ ਤੁਸੀਂ ਵੀ, ਤੁਹਾਡੇ 'ਚੋਂ ਵੀ ਕੁਝ ਵਿਦਿਆਰਥੀ ਐਸੇ ਹੋਣ, ਬਹੁਤ ਜਿਹੜੇ ਸਿਆਣੇ ਨੇ, ਸੀਨੀਅਰ ਨੇ, ਉਹਨਾਂ ਤੋਂ ਜਾਣਦੇ ਨੇ ਚੀਜ਼ਾਂ ਨੂੰ। ਅਸੀਂ ਪਰੰਪਰਾ ਬਾਰੇ ਬਹੁਤ ਘੱਟ ਗੱਲ ਕਰਦੇ ਹਾਂ, ਬਟ ਹੈ ਬੜੀ ਇੰਪੋਰਟੈਂਟ। ਸਾਡੇ ਹਿੰਦੁਸਤਾਨ ਦੇ ਵਿੱਚ ਐਗਜ਼ਾਮ ਹੁੰਦਾ UPSC ਦਾ, ਇੱਕ IAS PCS ਚੁਣੇ ਜਾਂਦੇ ਨੇ ਉਹਦੇ 'ਚੋਂ। ਉਸ ਤੋਂ ਪਹਿਲਾਂ ICS ਇੰਗਲੈਂਡ ਤੋਂ ਬਣ ਕੇ ਆਉਂਦੇ ਸੀ। ਸਰਦਾਰ ਕਪੂਰ ਸਿੰਘ ਵੀ ਸੀ ਉਹਨਾਂ ਦੇ ਵਿੱਚ, ਹੋਰ ਵੀ ਹਿੰਦੁਸਤਾਨ ਦੇ ਬੜੇ ਸਿਆਣੇ ਇੰਟੈਲੀਜੈਂਟ ਬੰਦੇ ਰਹੇ ਨੇ। ਇੱਕ ਹੈਰਾਨੀ ਵਾਲੀ ਗੱਲ ਇਹ ਆ ਕਿ ਜਦੋਂ ਮੈਂ ਇਹਦੇ ਬਾਰੇ, ਪਰੰਪਰਾ ਬਾਰੇ, ਟਰਡੀਸ਼ਨ ਦੇ ਬਾਰੇ ਪੜ੍ਹਨਾ ਸ਼ੁਰੂ ਕੀਤਾ ਤਾਂ ਮੈਨੂੰ ਪਤਾ ਲੱਗਾ ਕਿ ਜਦੋਂ ਦੀ IAS ਕੰਪੀਟੀਸ਼ਨ ਚੱਲਦੇ ਆ ਰਹੇ ਨੇ, UPSC ਚੱਲਦੀ ਆ ਰਹੀ ਹੈ, ICS ਚੱਲਦਾ ਆ ਰਿਹਾ, ਤਾਂ ਉਹਦੇ ਵਿੱਚ ਹਰ ਸਾਲ ਪਰੰਪਰਾ ਦੇ ਬਾਰੇ, ਟਰਡੀਸ਼ਨ ਦੇ ਬਾਰੇ ਕੁਐਸਚਨ ਜ਼ਰੂਰ ਆਉਂਦਾ। ਕਹਿਣ ਤੋਂ ਭਾਵ ਇਹ ਕਿ ਜੇ ਇਹ ਪੇਪਰ 100 ਨੰਬਰ ਦਾ ਹੁੰਦਾ ਵਾ ਅਤੇ ਤੁਹਾਡੇ 'ਚੋਂ ਕੋਈ ਪੇਪਰ ਦੇਣਾ ਚਾਹੁੰਦਾ ਵਾ, ਤਾਂ 1 ਨੰਬਰ ਦਾ ਪੇਪਰ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਕੁਐਸਚਨ ਪੇਪਰ, ਕਿ ਉਹ ਪਰੰਪਰਾ ਬਾਰੇ ਇੱਕ ਸਵਾਲ ਆਏਗਾ ਜੀ, ਅਤੇ ਜ਼ਰੂਰ ਆਏਗਾ ਜੀ, ਇਹਨੂੰ ਛੱਡ ਕੇ ਨਾ ਜਾਇਆ ਜੀ। ਇਸ ਗੱਲ ਦਾ ਮਤਲਬ ਇਹ ਕਿ ਜਿਹੜੇ ਬਹੁਤ ਇੰਟੈਲੈਕਚੁਅਲ ਨੇ, ਬੁੱਧੀਜੀਵੀ ਨੇ, ਉਹ ਇਹ ਗੱਲ ਭਲੀ ਭਾਂਤ ਜਾਣਦੇ ਨੇ ਕਿ ਪਰੰਪਰਾ ਨੂੰ ਜਾਣੇ ਬਿਨਾਂ, ਪਰੰਪਰਾ ਨੂੰ ਸਮਝੇ ਬਿਨਾਂ ਨਾ ਤਾਂ ਇਸ 'ਤੇ ਚੱਲਿਆ ਜਾ ਸਕਦਾ, ਨਾ ਇਸ ਦਾ ਮੁੱਲ ਸਮਝਿਆ ਜਾ ਸਕਦਾ, ਅਤੇ ਨਾ ਹੀ ਇਸ ਨੂੰ ਤੋੜਿਆ ਮਰੋੜਿਆ ਜਾ ਸਕਦਾ। ਜਿਹੜਾ ਬੰਦਾ, ਉਹ ਜੁੰਗ ਸਾਈਕੋਲੋਜਿਸਟ, ਬੜਾ ਵੱਡਾ ਫਰੋਇਡ ਦਾ ਸਟੂਡੈਂਟ ਸੀ, ਉਹ ਅਕਸਰ ਇਹ ਗੱਲ ਕਹਿੰਦਾ ਸੀ ਕਿ ਵੈਨ ਯੂ ਮਾਸਟਰ ਸਮਥਿੰਗ, ਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਮਾਸਟਰ ਕਰ ਲੈਂਦੇ ਜੇ, ਦੈਨ ਯੂ ਕੈਨ ਪਲੇ ਵਿਥ ਇਟ। ਜਿੰਨਾ ਚਿਰ ਤੁਸੀਂ ਕਿਸੇ ਚੀਜ਼ ਨੂੰ ਮਾਸਟਰ ਨਹੀਂ ਕਰ ਲੈਂਦੇ, ਤਦ ਤੱਕ ਤੁਸੀਂ ਉਹਦੇ ਨਾਲ ਪਲੇ ਨਹੀਂ ਕਰ ਸਕਦੇ, ਤੁਸੀਂ ਉਹਦੇ ਨਾਲ ਖੇਡ ਨਹੀਂ ਸਕਦੇ, ਤੁਸੀਂ ਉਸਦਾ ਸਹੀ ਇਸਤੇਮਾਲ ਨਹੀਂ ਕਰ ਸਕਦੇ, ਤੁਸੀਂ ਉਹਦੇ ਸਹੀ ਅਰਥ ਨਹੀਂ ਦੱਸ ਸਕਦੇ। ਇੱਕ ਨਿੱਕੀ ਜਿਹੀ ਐਗਜ਼ਾਮਪਲ ਦਿੰਦਾ ਹਾਂ। ਮਹਾਤਮਾ ਬੁੱਧ ਬ੍ਰਾਹਮਣ ਦੇ ਟਾਈਮ 'ਤੇ ਹੋਏ, ਅਤੇ ਜਦੋਂ ਮਹਾਤਮਾ ਬੁੱਧ ਦੀ ਅਸੀਂ ਫਿਲੋਸਫੀ ਵੀ ਜਾਣਦੇ ਹਾਂ, ਨਾਸਤਿਕ ਧਰਮ ਵੀ ਕਿਹਾ ਜਾਂਦਾ ਉਹਨਾਂ ਨੂੰ, ਬੁੱਧ ਅਤੇ ਜੈਨ ਧਰਮ ਨੂੰ। ਜਦੋਂ ਬੁੱਧ ਦੀ ਜੀਵਨੀ ਪੜ੍ਹੀ ਜਾਵੇ ਤਾਂ ਕੁਝ ਮੇਨ ਗੱਲਾਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ, ਪਰ ਬਰੀਕੀ ਵਾਲੀਆਂ ਗੱਲਾਂ ਜਿਹੜੀਆਂ ਕਿ ਮਹਾਤਮਾ ਬੁੱਧ 80 ਸਾਲ ਦੀ ਉਮਰ ਭੋਗੀ ਉਹਨਾਂ ਨੇ, ਅਤੇ 80 ਸਾਲ ਕੀ ਗੱਲਾਂ ਕਰਦੇ ਰਹੇ, ਕੀ ਵਿਚਾਰ ਦਿੰਦੇ ਰਹੇ, ਉਹਦੇ ਬਾਰੇ ਜੇ ਅਸੀਂ ਧਿਆਨ ਨਾਲ ਦੇਖੀਏ ਤਾਂ ਮਹਾਤਮਾ ਬੁੱਧ ਨੂੰ 4 ਵੇਦ ਜ਼ੁਬਾਨੀ ਕੰਠ ਸੀ, 4 ਵੇਦ। ਅਤੇ ਮਹਾਤਮਾ ਬੁੱਧ ਰਿਗਵੇਦ ਦੇ ਮਾਸਟਰ ਸੀ। ਕੱਲੀ ਵੇਦ ਦੀ ਰਿਚਾ ਅਤੇ ਕੱਲੀ ਸੰਹਿਤਾ ਉਹਨਾਂ ਨੂੰ ਕੰਠ ਸੀ, ਅਤੇ ਇੱਕ ਮਾਤਰਾ ਬਾਰੇ, ਇੱਕ ਪੰਕਤੀ ਬਾਰੇ, ਇੱਕ ਸ਼ਬਦ ਬਾਰੇ ਘੰਟਿਆਂ ਬੱਧੀ ਬੋਲ ਲੈਂਦੇ ਸੀ, ਅਤੇ ਉਹਦੀਆਂ ਵੀਕਨੈਸ ਵੀ ਜਾਣਦੇ ਸੀ, ਉਹਦੀਆਂ ਪ੍ਰੋਬਲਮਸ ਵੀ ਜਾਣਦੇ ਸੀ। ਇਸੇ ਕਰਕੇ ਉਹਨਾਂ ਦੀ ਏਜ ਦੇ ਵਿੱਚ ਕੋਈ ਬ੍ਰਾਹਮਣ, ਕੋਈ ਵੇਦ ਪਾਠੀ ਉਹਨਾਂ ਨਾਲ ਗੱਲ ਨਹੀਂ ਕਰ ਸਕਿਆ। ਇਸੇ ਕਰਕੇ ਜਦੋਂ ਨਿਯਮ ਦੀ ਗੱਲ ਕੀਤੀ ਜਾਂਦੀ ਆ, ਤਾਂ ਬ੍ਰਾਹਮਣ ਨੇ ਜਿਹੜਾ ਮਰਿਆਦਾ ਬਣਾਈ ਆਪਣੀ, ਉਹਦੇ ਬਹੁਤ ਸਾਰੇ ਨਿਯਮ ਦਿੱਤੇ ਜੀਵਨ ਨੂੰ ਜੀਣ ਵਾਸਤੇ, ਪਰ ਉਹਨਾਂ ਨਿਯਮਾਂ ਦੇ ਵਿੱਚ ਕਿਤੇ ਨਾ ਕਿਤੇ ਕੁਝ ਐਸਾ ਸੀ ਜਿਸ ਦੇ ਨਾਲ ਸਮਾਜ ਦੇ ਕਈ ਵਰਗਾਂ ਦੇ ਨਾਲ ਧੱਕਾ ਹੋ ਰਿਹਾ ਸੀ। ਪਰ ਨਿਯਮ ਐਸੇ ਸੀ ਜਿਨ੍ਹਾਂ ਵਿੱਚੋਂ ਫੜਿਆ ਨਹੀਂ ਜਾ ਸਕਦਾ ਸੀ। ਬਿਲਕੁਲ ਵਕੀਲਾਂ ਵਾਂਗ, ਵਕੀਲ ਕਾਨੂੰਨ ਦੀ ਇਹੋ ਜਿਹੀ ਵਿਆਖਿਆ ਕਰਦੇ ਆ ਕਿ ਸਧਾਰਨ ਬੰਦਾ ਵਲਕੇ ਵਿੱਚ ਮਾਰਿਆ ਜਾਂਦਾ, ਉਹਨੂੰ ਰਾਹ ਨਹੀਂ ਲੱਭਦਾ ਨਿਕਲਣ ਨੂੰ, ਕਿਉਂਕਿ ਸਧਾਰਨ ਬੰਦੇ ਨੂੰ ਕਾਨੂੰਨ ਆਉਂਦਾ ਨਹੀਂ ਹੁੰਦਾ, ਉਹਨੂੰ ਸੰਵਿਧਾਨ ਦੀਆਂ ਬਰੀਕੀਆਂ ਨਹੀਂ ਪਤਾ ਹੁੰਦੀਆਂ। ਅਦਾਲਤ ਦਾ ਕੰਮ ਇਹੋ ਹੀ ਆ ਕਿ ਉਹ ਕਾਨੂੰਨ ਦੀ ਵਿਆਖਿਆ ਕਰੇ, ਸੰਵਿਧਾਨ ਦੀ ਵਿਆਖਿਆ ਕਰੇ। ਮਹਾਤਮਾ ਬੁੱਧ ਨੇ ਬ੍ਰਾਹਮਣ ਦੇ ਨਿਯਮਾਂ ਦੇ ਅੱਗੇ ਇੰਨੇ ਕੁ ਨਿਯਮ ਰੱਖ ਦਿੱਤੇ ਕਿ ਜਿਹਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ। ਕਹਿੰਦੇ ਆ ਕਿ ਮਹਾਤਮਾ ਬੁੱਧ ਨੇ ਆਪਣੇ ਪੂਰੇ ਜੀਵਨ ਦੇ ਵਿੱਚ ਕੋਈ 45,000 ਨਿਯਮ ਦਿੱਤੇ ਨੇ, ਜਿਹਨੂੰ ਯਾਦ ਹੀ ਨਹੀਂ ਕੀਤਾ ਜਾ ਸਕਦਾ। ਉਹ ਕਾਹਦੇ ਵਾਸਤੇ ਸੀ? ਇਸ ਕਰਕੇ ਨਹੀਂ ਸੀ ਕਿ ਨਿਯਮ ਯਾਦ ਕਰੋ, ਇਸ ਕਰਕੇ ਸੀ ਕਿ ਕੋਈ ਨਿਯਮ ਨਹੀਂ ਹੁੰਦਾ। ਜਿਹੜੇ ਨਿਯਮ ਹੈਗੇ ਸੀ ਉਹਨਾਂ ਨੂੰ ਤੋੜਨ ਵਾਸਤੇ ਇਹਨੇ ਨਿਯਮ ਦਿੱਤੇ, ਜਿਨ੍ਹਾਂ ਨੂੰ ਕੰਠਸਥ ਕਰਕੇ ਲੋਕ ਦੂਸਰਿਆਂ 'ਤੇ ਰਾਜ ਕਰਦੇ ਸੀ। ਇਸ ਕਰਕੇ ਜਿਹੜੀ ਚੀਜ਼ ਤੁਹਾਨੂੰ ਪਤਾ ਹੀ ਨਹੀਂ ਹੈ ਚੰਗੀ ਤਰ੍ਹਾਂ, ਜਿਸ ਚੀਜ਼ ਨੂੰ ਤੁਸੀਂ ਮਾਸਟਰ ਹੀ ਨਹੀਂ ਕੀਤਾ, ਜਿਹੜੀ ਚੀਜ਼ ਤੁਹਾਡੀ ਟਿਪਸ ਦੇ ਉੱਤੇ ਨਹੀਂ ਆ, ਉਸ ਦੇ ਬਾਰੇ ਤੁਸੀਂ ਕੋਈ ਗੱਲ ਵੀ ਨਹੀਂ ਕਰ ਸਕਦੇ, ਉਹਦਾ ਸਹੀ ਇਸਤੇਮਾਲ ਵੀ ਨਹੀਂ ਕਰ ਸਕਦੇ। ਅਤੇ ਜਦੋਂ ਤੁਹਾਡੇ ਸਾਹਮਣੇ ਕੋਈ ਉਹਦਾ ਗਲਤ ਇਸਤੇਮਾਲ ਕਰੂਗਾ, ਤੁਸੀਂ ਉਂਗਲ ਵੀ ਨਹੀਂ ਰੱਖ ਸਕਦੇ ਉੱਤੇ, ਬਿਲਕੁਲ ਨਹੀਂ ਰੱਖ ਸਕਦੇ। ਇਸ ਕਰਕੇ ਇਹ ਇੱਕ ਭੂਮਿਕਾ ਮੇਰੀ, ਅਤੇ ਜਿਹੜੀ ਮੈਂ ਗੱਲ ਸ਼ੁਰੂ ਕਰਨੀ ਚਾਹੁੰਦਾ ਕਿ ਪਰੰਪਰਾ ਅਸਲ 'ਚ ਹੈ ਕੀ।
ਪਰੰਪਰਾ ਵਾਸਤੇ ਦੋ ਸ਼ਬਦ ਨੇ, ਮੋਟਾ ਠੁੱਲਾ ਜਿਆਦਾ ਮੈਂ ਮੀਨਿੰਗ ਕਰ ਦੇਵਾਂ। ਪਰੰਪਰਾ ਦਾ ਜਿਹੜਾ ਸੰਸਕ੍ਰਿਤ ਦਾ ਸ਼ਬਦ ਆ ਉਹਦਾ ਅਰਥ ਹੈ ਕਿ ਹਸਤਾਂਤਰਿਤ ਕਰਨਾ, ਮੁੱਲ ਵਿਧਾਨ ਨੂੰ ਹਸਤਾਂਤਰਿਤ ਕਰਨਾ, ਇੱਕ ਹੱਥ ਤੋਂ ਦੂਜੇ ਹੱਥ ਵਿੱਚ ਮੁੱਲ ਵਿਧਾਨਾਂ ਨੂੰ ਦੇ ਦੇਣਾ ਕਿ ਆ ਮੈਂ ਆਪਣੇ ਜੀਵਨ 'ਚ ਕਮਾਈ ਕੀਤੀ ਆ, ਆ ਸੱਚਾਈ ਮੈਂ ਆਪਣੇ ਜੀਵਨ 'ਚ ਕਮਾਈ ਆ, ਤੇ ਆ ਤੈਨੂੰ ਦੇ ਚੱਲਿਆ, ਇਹਦੇ ਤੇ ਚੱਲੀ। ਇੰਗਲਿਸ਼ ਸ਼ਬਦ ਟ੍ਰੈਡੀਸ਼ਨ, ਟ੍ਰੈਡੀਸ਼ਨ ਸ਼ਬਦ ਬਣਿਆ ਟ੍ਰੇਡ ਤੋਂ, ਟੂ ਹੈਂਡ ਓਵਰ, ਕਿਸੇ ਦੇ ਦੂਸਰੇ ਦੇ ਹੱਥ ਵਿੱਚ ਚੀਜ਼ ਦੇਣੀ ਕਿ ਇਹ ਮੇਰੇ ਜੀਵਨ ਦੀ ਕਮਾਈ ਆ, ਤੈਨੂੰ ਦੇ ਚੱਲਿਆ, ਇਹਦੇ ਤੇ ਚੱਲੀ। ਹੁਣ ਜੀਵਨ ਦੀ ਕਮਾਈ ਕੀ ਆ? ਗੱਲ ਇਹ ਵੀ ਇਹ ਜਿਹੜੇ ਮੁੱਲ ਵਿਧਾਨ ਨੇ ਕਿੰਨੇ ਕਮਾਏ, ਕਿ ਮੇਰੇ ਪਿਤਾ ਨੇ ਜਾਂ ਉਸ ਦੇ ਪਿਤਾ ਨੇ ਜਾਂ ਉਸ ਦੇ ਪਿਤਾ ਨੇ? ਉਹਦੇ ਵਾਸਤੇ ਇੱਕ ਐਗਜ਼ਾਮਪਲ, ਗੁਰਜੇਫ ਇੱਕ ਫਿਲਾਸਫਰ ਹੋਇਆ, ਉਹਨੂੰ ਤਾਂਤਰਿਕ ਵੀ ਕਹਿ ਦਿੰਦੇ ਆ, ਫਿਲਾਸਫਰੀ ਵੀ ਕਹਿ ਦਿੰਦੇ ਆ, ਮਿਸਟਿਕ ਵੀ ਕਹਿ ਦਿੰਦੇ ਆ। ਉਹਦੀ ਕਿਤਾਬ ਆ ਮੀਟਿੰਗ ਵਿਦ ਰਿਮਾਰਕੇਬਲ ਮੈਨ। ਉਹ ਕਹਿੰਦਾ ਕਿ ਜਦੋਂ ਮੈਂ ਛੋਟਾ ਜਿਹਾ ਸੀ ਨਾ, ਤੇ ਮੇਰਾ ਪਿਤਾ ਮੈਨੂੰ ਇੱਕ ਰਸ਼ੀਆ ਦੀਆਂ ਪਹਾੜੀਆਂ 'ਚ ਲੈ ਕੇ ਗਿਆ। ਇਹ ਗੁਰਜੇਫ ਨੇ ਆਪਣੀ ਗੱਲ ਸੁਣਾਈ ਆ। ਤੇ ਉਹ ਉੱਥੇ ਲੈ ਕੇ ਗਿਆ, ਤੇ ਉੱਥੇ ਇੱਕ ਬੜਾ ਵੱਡਾ ਕੰਪੀਟੀਸ਼ਨ ਹੋਣ ਵਾਸਤੇ ਲੋਕ ਇਕੱਠੇ ਹੋਏ ਸੀ, ਪੁਰਾਣੇ ਬਜ਼ੁਰਗ, ਤੇ ਉਹ ਕੰਪੀਟੀਸ਼ਨ ਹਰ 20 ਸਾਲ ਬਾਅਦ ਹੁੰਦਾ ਸੀ। ਤੇ ਮੈਂ ਆਪਣੇ ਪਿਤਾ ਨੂੰ ਆਂਦਾ ਪੁੱਛਿਆ ਕਿ ਕੰਪੀਟੀਸ਼ਨ ਕਾਹਦਾ ਵਾ? ਤਾਂ ਗੁਰਜੇਫ ਦੇ ਪਿਤਾ ਨੇ ਉਹਨੂੰ ਦੱਸਿਆ ਵੀ ਇਹ ਕੰਪੀਟੀਸ਼ਨ ਇਸ ਗੱਲ ਦਾ ਕਿ ਅਸੀਂ ਪਰਖਦੇ ਹਾਂ ਹਰ 20 ਸਾਲ ਬਾਅਦ ਕਿ ਸਾਡੀ ਸਪਿਰਿਚੁਅਲ, ਸਾਡੀ ਆਤਮਿਕ ਕਮਾਈ ਅਜੇ ਜਿਉਂਦੀ ਆ ਕਿ ਮੁੱਕ ਗਈ ਆ। ਤੇ ਜੇ ਕਿਸੇ ਇੱਕ ਵੀ ਬੰਦੇ ਕੋਲ ਉਹ ਹੋਈ ਤਾਂ ਅਸੀਂ ਖੁਸ਼ ਹਾਂ, ਅਜੇ ਸਾਡੇ ਕੋਲ ਹੈਗਾ ਬੀਜ, ਅਜੇ ਗੱਲ ਮੁੱਕੀ ਨਹੀਂ। ਉਹ ਕੰਪੀਟੀਸ਼ਨ ਇੱਕ ਜਣਾ ਜਿੱਤ ਗਿਆ ਤੇ ਉਹ ਸਾਰੇ ਉੱਥੇ ਚਲੇ ਗਏ। ਗੁਰਜੇਫ ਨੇ ਆਪਣੇ ਪਿਤਾ ਨੂੰ ਪੁੱਛਿਆ ਵੀ ਇਹ ਬੰਦੇ ਨੂੰ ਕਿੱਥੋਂ ਪਤਾ ਲੱਗਾ ਜਿਹੜਾ ਸੱਚ ਨੇ ਇੱਥੇ ਸ਼ੇਅਰ ਕੀਤਾ? ਗੁਰਜੇਫ ਕਿ ਉਹਦਾ ਫਾਦਰ ਕਹਿੰਦਾ ਇਹਨੂੰ ਆਪਣੇ ਪਿਤਾ ਤੋਂ ਪਤਾ ਲੱਗਾ। ਕਹਿੰਦਾ ਉਹਨੂੰ ਕਿੱਥੋਂ ਪਤਾ ਲੱਗਾ? ਉਹਨੂੰ ਆਪਣੇ ਪਿਤਾ ਤੋਂ ਪਤਾ ਲੱਗਾ। ਤੇ ਉਹਨੂੰ ਕਿੱਥੋਂ ਪਤਾ ਲੱਗਾ? ਕਹਿੰਦਾ ਉਹਨੂੰ ਆਪਣੇ ਬਜ਼ੁਰਗਾਂ ਤੋਂ ਪਤਾ ਲੱਗਾ। ਗੁਰਜੇਫ ਨੇ ਅਖੀਰਲਾ ਸਵਾਲ ਪੁੱਛਿਆ, ਕਹਿੰਦਾ ਜਿਹੜਾ ਸਭ ਤੋਂ ਪਹਿਲਾ ਬੰਦਾ ਸੀ ਉਹਨੂੰ ਕਿੱਥੋਂ ਪਤਾ ਲੱਗਾ? ਉਹਦੇ ਫਾਦਰ ਨੇ ਬੜਾ ਸੋਹਣਾ ਜਵਾਬ ਦਿੱਤਾ, ਕਹਿੰਦਾ ਬੇਟਾ ਉਹਨੂੰ ਪਹਿਲਾਂ ਹੀ ਪਤਾ ਸੀ, ਉਹਨੂੰ ਪਤਾ ਹੀ ਸੀ, ਉਹ ਜੰਮਿਆ ਹੀ ਸੱਚ ਦੇ ਨਾਲ ਸੀ, ਉਹਨੂੰ ਸੱਚ ਪਤਾ ਹੀ ਸੀ। ਇਸ ਕਰਕੇ ਇਹ ਜਿਹੜੀ ਪਰੰਪਰਾ ਵਾ, ਜਿਹੜਾ ਟ੍ਰੈਡੀਸ਼ਨ ਆ ਸੱਚ ਨੂੰ ਕੈਰੀ ਕਰਕੇ ਚੱਲਣ ਦੀ, ਕਿ ਜਿਹੜਾ ਸੱਚ ਆ ਉਸ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਨਾ ਤੇ ਅੱਗੇ ਲੈ ਕੇ ਜਾਣਾ। ਤੇ ਉਹ ਕਿਉਂਕਿ ਇਹ ਐਸਾ ਸੱਚ ਆ ਜਿਹੜਾ ਕਿਸੇ ਕੈਪਸੂਲ ਵਾਂਗੂ ਕਿਸੇ ਨੂੰ ਦਿੱਤਾ ਨਹੀਂ ਜਾ ਸਕਦਾ, ਹੱਥ ਦੇ ਵਿੱਚ ਪਏ ਕਿਸੇ ਮਟੀਰੀਅਲ ਵਾਂਗੂ ਹੈਂਡਓਵਰ ਨਹੀਂ ਕੀਤਾ ਜਾ ਸਕਦਾ, ਇਸ਼ਾਰੇ ਕੀਤੇ ਜਾ ਸਕਦੇ ਆ। ਤਾਂ ਉਹਨਾਂ ਇਸ਼ਾਰਿਆਂ ਵਾਸਤੇ, ਉਹਨਾਂ ਚੀਜ਼ਾਂ ਦੇ ਵਾਸਤੇ ਸਿਆਣੇ ਵੱਡੇ ਬਜ਼ੁਰਗਾਂ ਨੇ ਕਈ ਗੱਲਾਂ ਘੜੀਆਂ ਤੇ ਕਈ ਗੱਲਾਂ ਬਣਾ ਕੇ, ਕਈ ਤਰ੍ਹਾਂ ਦੇ ਨਿਯਮ ਬਣਾ ਕੇ, ਕਈ ਤਰ੍ਹਾਂ ਦੀਆਂ ਮਰਿਆਦਾਵਾਂ ਬਣਾ ਕੇ ਸਾਨੂੰ ਦਿੱਤੀਆਂ ਵੀ ਜੇ ਇਸ ਤਰ੍ਹਾਂ ਦੀ ਕੰਡੀਸ਼ਨ 'ਚ ਰਹੋਗੇ ਤਾਂ ਉਹ ਸੱਚ ਨੂੰ ਜਾਣ ਲਓਗੇ। 10ਵੇਂ ਪਾਤਸ਼ਾਹ ਮਹਾਰਾਜ ਦੇ ਬਾਰੇ ਕਿਹਾ ਜਾਂਦਾ ਕਿ ਉਹਨਾਂ ਨੇ ਅਕਾਲ ਚਲਾਣਾ ਕਰਨ ਤੋਂ ਪਹਿਲਾਂ, ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ 52 ਬਚਨ ਕੀਤੇ ਸੀ ਖਾਲਸਾ ਪੰਥ ਦੇ ਨਾਲ। ਤਾਂ ਉਹਨਾਂ 52 ਬਚਨਾਂ ਦੇ ਵਿੱਚੋਂ ਮੈਂ ਪੜ੍ਹਦਾ ਪਿਆ ਸੀ, ਕੁਝ ਸਾਰੇ ਹੀ ਬੜੇ ਖਾਸ ਨੇ, ਪਰ ਜਿਹੜੇ ਕੁਝ ਕੁ ਮੈਂ ਵਿੱਚੋਂ ਸ਼ੇਅਰ ਕਰਨਾ ਚਾਹੁੰਦਾ। ਗੁਰਬਾਣੀ ਕੰਠ ਕਰਨੀ, ਗੁਰਸਿੱਖਾਂ ਪਾਸੋਂ ਗੁਰਬਾਣੀ ਦੇ ਅਰਥ ਪੜ੍ਹਨੇ, ਗੁਰਬਾਣੀ ਦੇ ਅਰਥ ਪੜ੍ਹਨੇ ਤੇ ਗੁਰਸਿੱਖਾਂ ਪਾਸੋਂ ਪੜ੍ਹਨੇ, ਇਸ ਗੱਲ ਦੇ ਵਿੱਚ ਬੜਾ ਭੇਦ ਆ। ਇਕੱਲੇ ਗੁਰਬਾਣੀ ਦੇ ਅਰਥ ਪੜ੍ਹਨ ਦਾ ਮਤਲਬ ਹੋਰ ਆ ਤੇ ਗੁਰਸਿੱਖਾਂ ਪਾਸੋਂ ਗੁਰਬਾਣੀ ਦੇ ਅਰਥ ਪੜ੍ਹਨ ਦਾ ਅਰਥ ਹੋਰ ਆ। ਸ਼ਬਦ ਦਾ ਅਭਿਆਸ ਕਰਨਾ, ਧਿਆਨ ਸਤ ਸਰੂਪ ਸਤਿਗੁਰੂ ਦਾ ਕਰਨਾ, ਹੋਰ ਕਿਸੇ ਦਾ ਧਿਆਨ ਨਹੀਂ ਕਰਨਾ। ਮੈਡੀਟੇਸ਼ਨ ਦੀ ਅਗਰ ਇੱਥੇ ਗੱਲ ਚੱਲਣ ਲੱਗ ਪਈਏ ਤਾਂ ਮੇਰੇ ਕੋਲ ਲੰਮੀ ਲਿਸਟ ਆ ਜਿਨ੍ਹਾਂ ਨੇ ਕਈ ਤਰ੍ਹਾਂ ਦੀ ਮੈਡੀਟੇਸ਼ਨ ਦਿੱਤੀ, ਜਿਨ੍ਹਾਂ ਨੇ ਸਾਰੀ ਦੁਨੀਆ 'ਤੇ ਲੱਤ ਫੇਰੀ ਮੈਡੀਟੇਸ਼ਨ ਦੇ ਨਾਂ ਦੇ ਉੱਤੇ ਕਿ ਮੈਡੀਟੇਸ਼ਨ ਆਹ ਹੁੰਦੀ ਆ। ਉਹ 'ਚ ਰਜਨੀਸ਼ ਵੀ ਆ ਜਾਂਦਾ, ਕ੍ਰਿਸ਼ਨਾ ਮੂਰਤੀ ਵੀ ਆ ਜਾਂਦਾ, ਸ਼ਿਵਾਨੰਦਾ ਵੀ ਆ ਜਾਂਦਾ। ਇਹ ਉਹ ਨਾਮ ਨੇ ਜਿਹੜੇ ਧਨੰਤਰ ਨੇ, ਚਿਨਮਯਾਨੰਦਾ ਵੀ ਆ ਜਾਂਦਾ। ਦੁਨੀਆ ਦੇ ਵਿੱਚ ਜਾ ਕੇ ਦੇਖੋ, ਇਹਨਾਂ ਦੀ ਬਹੁਤ ਵੱਡਾ ਇਹਨਾਂ ਦੀ ਧਾਕ ਆ, ਇਹਨਾਂ ਦੀ ਇਹ ਘਾਗ ਨੇ ਇਸ ਵਿਆਖਿਆ ਦੇ ਕਿ ਅਸੀਂ ਦੱਸਦੇ ਮੈਡੀਟੇਸ਼ਨ ਕੀ ਹੁੰਦੀ ਆ। ਪਰ ਇੱਥੇ ਕੀ ਸਾਡੇ ਕੋਲ, ਸਾਡੀ ਪਰੰਪਰਾ 'ਚ ਕੀ ਆ ਕਿ ਧਿਆਨ ਧਰਨਾ ਪਰ ਸਤ ਸਰੂਪ ਸਤਿਗੁਰੂ ਦਾ ਧਰਨਾ। ਫਿਰ ਸਭ ਕਾਰਜਾਂ ਦੇ ਆਰੰਭ ਵੇਲੇ ਅਰਦਾਸ ਕਰਨੀ, ਆਨੰਦ ਕਾਰਜ ਬਿਨਾਂ ਗ੍ਰਸਤ ਨਹੀਂ ਕਰਨਾ। ਠੀਕ ਹੈ, ਗ੍ਰਸਤ ਬਿਨਾਂ ਆਨੰਦ ਕਾਰਜ ਨਹੀਂ। ਸੰਗਤ ਰਹਿਤਵਾਨ ਦੀ ਕਰਨੀ, ਕਿਸੇ ਹੋਰ ਸੰਗਤ ਦੀ ਸੰਗਤ ਨਹੀਂ ਕਰਨੀ। ਸੰਗਤ ਉਸੇ ਦੀ ਕਰਨੀ ਜਿਹੜਾ ਰਹਿਤ ਵਿੱਚ ਰਹਿੰਦਾ, ਜਿਹਦੇ ਵਿੱਚ ਅਸੀਂ ਗੁਰਬਾਣੀ ਦੇ ਵਿੱਚ ਸਾਕਤ ਦੇ ਬਾਰੇ ਬੜਾ ਕੁਛ ਆਉਂਦਾ। ਸਾਕਤ ਦਾ ਸੰਗ ਨਹੀਂ ਕਰਨਾ। ਹੁਣ ਪੁੱਛਣ ਵਾਲਾ ਸਵਾਲ ਕਰ ਸਕਦਾ ਵੀ ਕੀ ਗੱਲ ਆ, ਉਹ ਵੀ ਮਨੁੱਖ ਹੀ ਆ, ਹੈ ਤਾਂ ਮਨੁੱਖ ਹੀ, ਪਰ ਉਹ ਜਿਸ ਤਰ੍ਹਾਂ ਦੀਆਂ ਮਰਿਆਦਾਵਾਂ ਤੇ ਜਿਸ ਤਰ੍ਹਾਂ ਦੇ ਵਿਚਾਰ ਆਪਣੇ ਅੰਦਰ ਲਈ ਫਿਰਦਾ ਵਾ, ਤੇ ਤੁਸੀਂ ਜਿਸ ਤਰ੍ਹਾਂ ਦੇ ਕੋਮਲ ਵਿਚਾਰ ਆਪਣੇ ਅੰਦਰ ਲਈ ਫਿਰਦੇ ਜੇ, ਉਹਦਾ ਨੁਕਸਾਨ ਹੋ ਸਕਦਾ, ਉਹਦਾ ਹਰਜਾ ਹੋ ਸਕਦਾ। ਤੁਸੀਂ ਜਿੰਨੀ ਕੋਮਲ ਵਸਤੂ, ਜਿੰਨੀ ਕੱਚੀ ਤੰਦ ਆਪਣੇ ਹਿਰਦੇ 'ਚ ਫੜੀ ਹੋਈ ਆ, ਉਹ ਬੜੀ ਛੇਤੀ ਟੁੱਟ ਜਾਂਦੀ ਆ, ਤੇ ਉਹਨੂੰ ਫੜ ਕੇ ਰੱਖਣਾ ਉਨਾ ਹੀ ਜ਼ਰੂਰੀ ਆ। ਇਸ ਕਰਕੇ ਚੁਗਲੀ ਕਿਸੇ ਦੀ ਨਹੀਂ ਕਰਨੀ, ਤੇ ਚੁਗਲੀ ਕਰਕੇ ਕਿਸੇ ਦਾ ਕੁਝ ਵਿਗਾੜਨਾ ਨਹੀਂ ਕਦੇ। ਇਹ ਗੱਲ ਬੜੀ ਕਾਮਨ ਆ
ਇਹ ਬੜੀ ਕਾਮਨ ਗੱਲ ਆ। ਤੁਸੀਂ ਇਸਲਾਮ ਦੀ ਕੋਰ ਕਲਾਸੀਕਲ ਇਸਲਾਮ ਨੂੰ ਪੜ੍ਹ ਕੇ ਦੇਖੋ, ਉਹਦੇ ਵਿੱਚ ਵੀ ਇਹ ਮੁਹੰਮਦ ਸਾਹਿਬ ਕਹਿੰਦੇ ਨੇ ਵੀ ਕਦੇ ਕਿਸੇ ਦੀ ਚੁਗਲੀ ਨਹੀਂ ਕਰਨੀ ਤੇ ਚੁਗਲੀ ਕਰਕੇ ਕਦੇ ਕਿਸੇ ਦਾ ਨਹੀਂ ਵਿਗਾੜਨਾ। ਯਾਨੀ ਕਿ ਇਹ ਜਿਹੜੀਆਂ ਗ੍ਰੇਟ ਪਰਸਨੈਲਿਟੀਜ਼ ਨੇ, ਇਹ ਜਿਹੜੇ ਗੁਰੂ ਪੀਰ ਪੈਗੰਬਰ ਨੇ, ਇਹ ਕੋਈ ਐਸਾ ਸੱਚ ਜਾਣਦੇ ਨੇ ਆਪਣੇ ਹਿਰਦਿਆਂ ਦੇ ਵਿੱਚ ਕਿ ਜਿਹੜਾ ਗੱਲਾਂ ਦੇ ਨਾਲ ਜਾਂ ਕਿਸੇ ਨੂੰ ਵਸਤੂ ਰੂਪ ਦੇ ਵਿੱਚ ਨਹੀਂ ਦਿੱਤਾ ਜਾ ਸਕਦਾ। ਫਿਰ ਕਿ ਟੀ.ਐਸ. ਐਲੀਅਟ, ਕਿਉਂਕਿ ਅਸੀਂ ਐਕਡੈਮਿਕਸ ਨਾਲ ਜੁੜੇ ਹਾਂ, ਅਕਸਰ ਗੱਲ ਸਾਰੇ ਗੁਰਮਤਿ ਨਾਲ ਜੁੜੇ ਬੈਠੇ ਹੋਏ ਆ। ਸੈਮੀਨਾਰਾਂ 'ਚ ਅਸੀਂ ਗੁਰਮਤਿ ਨਾਲ ਸੰਬੰਧਿਤ ਸੈਮੀਨਾਰਾਂ ਵਿੱਚ ਵੀ ਜਾਈਦਾ ਅਤੇ ਜਿਹੜੀਆਂ ਸਾਹਿਤਕ ਲਿਟਰੇਰੀ ਸੈਮੀਨਾਰਜ਼ ਆ ਉਹਨਾਂ ਵਿੱਚ ਵੀ ਜਾਈਦਾ। ਜਿਹੜੇ ਇੱਥੇ ਗੁਰਸਿੱਖ ਬੈਠੇ ਹੋਏ ਨੇ ਰਹਿਤ ਮਰਿਆਦਾ ਵਾਲੇ, ਇਹਨਾਂ ਦੀ ਸੰਗਤ ਵੀ ਕਰੀਦੀ ਆ, ਅਤੇ ਜਿਹੜੇ ਐਕਡੈਮਿਕਸ ਨਾਲ ਜੁੜੇ ਹੋਏ ਨੇ ਉਹਨਾਂ ਦੀ ਸੰਗਤ ਵੀ ਕਰੀਦੀ ਆ। ਅਤੇ ਇੱਕ ਬੜੀ ਟੈਕਨੀਕਲ ਗੱਲ ਤੁਹਾਡੇ ਨਾਲ ਸ਼ੇਅਰ ਕਰਦਾ ਮੈਂ, ਜਿਹੜੀ ਐਕਸਪੀਰੀਅੰਸ ਕੀਤੀ ਕਿ ਜਦੋਂ ਤੁਸੀਂ ਕਿਸੇ ਕਾਲਜ ਦੇ ਪ੍ਰੋਫੈਸਰ ਨਾਲ ਜਾਂ ਕਿਸੇ ਐਕਡੈਮਿਕਸ ਨਾਲ ਜੁੜੇ ਹੋਏ ਬੰਦੇ ਨਾਲ ਗੱਲ ਕਰੋਗੇ, ਇੱਕ ਮਰਿਆਦਾ ਨਾਲ ਜੁੜਿਆ ਹੋਇਆ ਟਕਸਾਲੀ ਬੰਦਾ ਵਾ, ਬੁੰਗਿਆਂ 'ਚ ਰਹਿਣ ਵਾਲਾ ਬੰਦਾ, ਅਤੇ ਇੱਕ ਐਕਡੈਮਿਕਸ 'ਚ ਰਹਿਣ ਵਾਲਾ ਬੰਦਾ, ਜਦੋਂ ਤੁਸੀਂ ਕਿਸੇ ਐਕਡੈਮਿਕਸ ਵਾਲੇ ਬੰਦੇ ਨਾਲ ਗੱਲ ਕਰੋਗੇ ਅਤੇ ਗੱਲ ਕਰਦੇ ਸਮੇਂ ਚੜ੍ਹਦੀ ਕਲਾ, ਕਿਰਪਾ ਹੈ, ਲੰਗਰ ਛਕ ਲਿਆ ਹੈ, ਸਰਵਣ ਕਰਨਾ ਜੀ, ਗੁਰੂ ਸਾਹਿਬ ਐਵੇਂ ਬਖਸ਼ਦੇ ਨੇ, ਆਹ 4 ਸ਼ਬਦ ਵਰਤ ਲਓ, ਉਹ ਬੰਦਾ ਆਪਣੇ ਕੰਨ ਬੰਦ ਕਰ ਲੈਂਦਾ, ਉਹ ਸੁਣਨਾ ਬੰਦ ਕਰ ਦਿੰਦਾ, ਉਹ ਇਸ ਤੋਂ ਅਗਲੀ ਗੱਲ ਨਹੀਂ ਸੁਣਦਾ, ਉਹ ਤੁਹਾਨੂੰ ਜੱਜ ਕਰ ਲੈਂਦਾ, ਉਹ ਜੱਜਮੈਂਟ ਦੇ ਨਾਲ ਤੁਹਾਨੂੰ ਸੁਣਨਾ ਹੀ ਬੰਦ ਕਰ ਦਿੰਦਾ। ਉਹਨੂੰ ਲੱਗਦਾ ਵੀ ਇਹਨੂੰ ਪਤਾ ਇਹਨੇ ਕੀ ਕਹਿਣਾ ਵਾ, ਇਹ ਕਿੰਨੀ ਕੁ ਡੂੰਘੀ ਗੱਲ ਕਰਨ ਲੱਗਾ। ਕਿਉਂਕਿ ਉਹ ਇਸ ਜਿਹੜੀ ਗੁਰਮਤਿ ਦੀ ਵਿਚਾਰਧਾਰਾ, ਜਿਹੜੀ ਗੁਰਮਤਿ ਦੀ ਪਰੰਪਰਾ, ਇਸ ਦੀ ਗਹਿਰਾਈ ਤੋਂ ਨਾ ਵਾਕਫ ਨੇ, ਅਤੇ ਨਾ ਵਾਕਫ ਹੋਣ ਕਰਕੇ ਉਹ ਇਹਨਾਂ ਸ਼ਬਦਾਂ ਨੂੰ ਸੁਣ ਕੇ ਪਹਿਲਾਂ ਹੀ ਦੂਰ ਨੱਸ ਜਾਂਦੇ ਨੇ। ਇਸ ਕਰਕੇ ਜੇ ਉਸੇ ਗੱਲ ਨੂੰ ਹੋਰ ਸ਼ਬਦਾਂ ਨਾਲ ਕਹਿ ਕੇ ਗੱਲ ਕੀਤੀ ਜਾਵੇ ਤਾਂ ਗੱਲ ਹੋ ਸਕਦੀ ਆ, ਸੰਵਾਦ ਹੋ ਸਕਦਾ, ਪਰ ਤੇ ਜੇ ਇਹਨਾਂ ਹੀ ਸ਼ਬਦਾਂ ਦਾ ਇਸੇ ਸ਼ਬਦਾਵਲੀ ਦਾ ਇਸਤੇਮਾਲ ਕਰਨਾ ਤਾਂ ਐਕਡੈਮਿਕਸ ਕੀ ਕਹਿੰਦਾ ਪਿਆ ਵਾ, ਐਕਡੈਮਿਕਸ ਨੇ ਕਿਹੜੇ ਫਿਲੋਸਫਰਸ ਨੂੰ ਪੜ੍ਹਿਆ ਵਾ, ਉਹਦੇ ਕੋਲ ਕਿਹੜੀ ਐਕਡੈਮਿਕਸ ਦੀ ਟਰਮੀਨੋਲੋਜੀ ਆ, ਉਹ ਸਾਨੂੰ ਆਉਣੀ ਚਾਹੀਦੀ ਹੈ। ਜਦ ਤੱਕ ਉਹ ਨਹੀਂ ਆਉਂਦੀ ਤਦ ਤੱਕ ਅਸੀਂ ਆਪਣਾ ਮੈਸੇਜ ਉਹਨਾਂ ਦੇ ਕੰਨਾਂ ਤੱਕ ਪਹੁੰਚਾ ਨਹੀਂ ਸਕਦੇ। ਇਤਿਹਾਸ ਦੇ ਵਿੱਚ ਆਉਂਦਾ ਕਿ ਭੂਤ ਪ੍ਰੇਤ ਹੁੰਦੇ ਨਾ, ਉਹਨਾਂ 'ਚ ਇੱਕ ਪ੍ਰੇਤ ਹੁੰਦਾ। ਪ੍ਰੇਤ ਦੀ ਡੈਫੀਨੇਸ਼ਨ ਇਹ ਆ ਕਿ ਪ੍ਰੇਤ ਦੀ ਰੋਜ਼ ਦੀ ਖੁਰਾਕ 1.25 ਮਣ ਹੁੰਦੀ ਆ। ਮੈਥੋਲੋਜੀਕਲ ਇੱਕ ਚੀਜ਼ ਆ ਕਿ ਪ੍ਰੇਤ ਦੀ ਖੁਰਾਕ ਰੋਜ਼ ਦੀ 1.25 ਮਣ ਹੁੰਦੀ ਆ, ਪਰ ਉਹਦਾ ਗਲਾ ਹੁੰਦਾ ਨਾ ਜਿਹੜਾ, ਉਹ ਸੂਈ ਦੇ ਨੱਕੇ ਜਿੰਨਾ ਹੁੰਦਾ। ਉਹ ਖਾ ਤਾਂ ਲੈਂਦਾ, ਮੂੰਹ 'ਚ ਤਾਂ ਪਾ ਲੈਂਦਾ 1.25 ਮਣ, ਅਤੇ ਫਿਰ ਤੜਫਦਾ ਸਾਰਾ ਦਿਨ, ਅਤੇ ਭੋਰਾ ਕਰਕੇ ਉਹਦੇ ਪੇਟ 'ਚ ਜਾਂਦਾ। ਇਹ ਜਿਹੜੇ ਬਹੁਤੇ ਬੁੱਧੀਜੀਵੀ ਲੋਕ ਹੁੰਦੇ ਨਾ, ਇਹ ਪ੍ਰੇਤ ਵਰਗੇ ਹੁੰਦੇ ਆ। ਮੈਂ ਮਾਫੀ ਚਾਹੁੰਦਾ, ਖੁਰਾਕ ਤਾਂ ਬੜੀ ਇਹਨਾਂ ਦੀ, ਪਰ ਅੰਦਰ ਨਹੀਂ ਜਾਂਦਾ। ਉਹ ਕਿਉਂਕਿ ਗਲਾ ਜਿਹੜਾ ਦਿਮਾਗ ਦੇ ਵਿੱਚ ਗਲਾ ਨਾ ਪਾਚਨ ਕਰਿਆ, ਉਹ ਬੜੀ ਭੋਰਕ ਜਿੰਨੀ ਆ, ਵੱਡੀ ਗੱਲ ਅੰਦਰ ਜਾਂਦੀ ਨਹੀਂ, ਉਹ ਸੁਣਨਾ ਵੀ ਨਹੀਂ ਚਾਹੁੰਦੇ। ਟੀ.ਐਸ. ਐਲੀਅਟ ਦੀ ਮੈਂ ਗੱਲ ਕਰਦਾ ਪਿਆ ਸੀ, ਐਕਡੈਮਿਕਸ ਦੇ ਵਿੱਚ ਬੜਾ ਵੱਡਾ ਨਾਮ ਆ, ਉਹਨਾਂ ਨੂੰ ਬੜੇ ਵੱਡੇ ਪੁਰਸਕਾਰ ਮਿਲੇ। ਉਹ ਕਹਿੰਦੇ ਵੀ ਟ੍ਰੈਡੀਸ਼ਨ ਇਜ਼ ਦਾ ਸੋਸ਼ਲ ਐਂਡ ਆਰਟਿਸਟਿਕ ਐਕਸਪ੍ਰੈਸ਼ਨ ਆਫ ਦਾ ਰਿਲੀਜੀਅਸ ਰੈਵੋਲੂਸ਼ਨ। ਕਿ ਪਰੰਪਰਾ, ਟ੍ਰੈਡੀਸ਼ਨ ਕੀ ਹੁੰਦੀ ਆ ਕਿ ਜਿਹਨੂੰ ਅਸੀਂ ਗੁਰਬਾਣੀ ਦੇ ਵਿੱਚ ਕਹਿੰਦੇ ਆ ਨਾ, ਧੁਰ ਕੀ ਬਾਣੀ ਆਈ, ਇਹਨੂੰ ਅੰਗਰੇਜ਼ੀ 'ਚ ਕਹਿੰਦੇ ਰੈਵੋਲੂਸ਼ਨ, ਕਿ ਬਾਣੀ ਉਤਰੀ ਆਈ ਆ। ਇਹਦਾ ਆਰਟਿਸਟਿਕ ਅਤੇ ਲਿਟਰੇਰੀ ਐਕਸਪ੍ਰੈਸ਼ਨ ਆ ਜਿਹੜਾ, ਜਦੋਂ ਤੁਸੀਂ ਇਸ ਨੂੰ ਸਾਹਿਤਕ ਅਤੇ ਕਲਾ ਦੇ ਤਰੀਕੇ ਦੇ ਨਾਲ ਪੇਸ਼ ਕਰੋਗੇ, ਧੁਰ ਕੀ ਬਾਣੀ ਆਈ, ਇਸ ਗੱਲ ਨੂੰ, ਧੁਰ ਨੂੰ ਕਹਿਣ ਦੀ ਗੱਲ ਕਰੋਗੇ ਤਾਂ ਉਹ ਪਰੰਪਰਾ ਬਣ ਜਾਂਦੀ ਆ, ਉਹ ਟ੍ਰੈਡੀਸ਼ਨ ਬਣ ਜਾਂਦੀ ਆ। ਅਤੇ ਮਾਡਰਨ ਟ੍ਰੈਡੀਸ਼ਨ ਮਨੁੱਖੀ ਇਤਿਹਾਸ ਦੇ ਵਿੱਚ ਵਾਹਿਦ ਇੱਕ ਐਸੀ ਟ੍ਰੈਡੀਸ਼ਨ ਆ ਜਿਹਦਾ ਕੋਈ ਰਿਲੀਜੀਅਸ ਬੇਸ ਨਹੀਂ ਹੈਗਾ। ਮਾਡਰਨ ਟ੍ਰੈਡੀਸ਼ਨ IAS UPS ਦੇ ਵਿੱਚ ਪੜ੍ਹਾਇਆ ਜਾਂਦਾ ਵਾ, ਇਹ ਫਿਲੋਸਫੀ ਦੇ ਵਿੱਚ ਵੀ ਇਹ ਪੜ੍ਹਾਇਆ ਜਾਂਦਾ ਕਿ ਜਦੋਂ ਵੀ ਪਰੰਪਰਾ ਦੀ ਗੱਲ ਕੀਤੀ ਜਾਂਦੀ, ਉਹਨੂੰ ਮਾਡਰਨਿਟੀ ਦੇ ਸਾਹਮਣੇ ਰੱਖ ਕੇ ਗੱਲ ਕੀਤੀ ਜਾਂਦੀ ਹੈ ਕਿ ਮਾਡਰਨਿਟੀ ਕੀ ਆ ਅਤੇ ਪਰੰਪਰਾ ਕੀ ਆ। ਕਿਉਂਕਿ ਮਾਡਰਨਿਟੀ ਇੱਕ ਐਸਾ ਥਾਟ ਆ ਜਿਹਦਾ ਆਪਣਾ ਕੋਈ ਰਿਲੀਜੀਅਸ ਬੇਸ ਨਹੀਂ ਹੈਗਾ, ਜਿਹੜੀ ਸਿਰਫ ਅਤੇ ਸਿਰਫ ਇਸ ਮੰਡੇਨ, ਟੈਂਜੀਬਲ, ਵਸਤੂਗਤ, ਭੌਤਿਕ ਸੰਸਾਰ ਦੇ ਨਾਲ ਸੰਬੰਧਿਤ ਆ, ਜਿਹਦੇ ਕੋਲ ਕੋਈ ਮੈਟਾਫਿਜ਼ੀਕਲ ਆਧਾਰ ਹੈ ਹੀ ਨਹੀਂ। ਮਾਡਰਨਿਟੀ ਜਿਹਨੂੰ ਅਸੀਂ ਬੋਲਦੇ ਹਾਂ। ਪਰ ਪਰੰਪਰਾ ਇੱਕ ਐਸੀ ਵਿਚਾਰਧਾਰਾ ਵਾ, ਪਰੰਪਰਾ ਇੱਕ ਐਸੀ ਦਿਸ਼ਾ ਵਾ ਜਿਹਦੇ ਵਿੱਚ ਮੈਟਾਫਿਜ਼ੀਕਲ, ਸਪਿਰਿਚੁਅਲ ਅਤੇ ਡਿਵਾਈਨ ਥਾਟ ਐਗਜ਼ਿਸਟ ਕਰਦਾ। ਇਸ ਨੂੰ ਤੁਸੀਂ ਤਿਆਗ ਨਹੀਂ ਸਕਦੇ। ਅਤੇ ਵੱਡੀ ਗੱਲ, ਇੱਕ ਬੜੀ ਖਤਰਨਾਕ, ਜੇ ਵੇਖੀ ਜਾਵੇ ਤਾਂ, ਜੇ ਨਹੀਂ ਵੇਖੀ ਜਾਵੇ ਤਾਂ ਸੂਈ ਦੇ ਨੱਕੇ ਜਿੰਨੀ ਆ, ਕਿ ਜਦੋਂ ਪਰੰਪਰਾ ਨੂੰ ਪੜ੍ਹਾਇਆ ਜਾਂਦਾ ਨਾ, ਜੋ ਇੱਥੇ ਮੈਂ ਬੋਲ ਰਿਹਾ, ਜੋ ਡਾਕਟਰ ਸਾਹਿਬ ਬੋਲ ਕੇ ਗਏ ਨੇ, ਜਿਸ ਤਰ੍ਹਾਂ ਦੇ ਵਿਚਾਰ ਅਸੀਂ ਅੱਗੇ ਸਾਂਝੇ ਕਰਦੇ ਰਹੇ ਹਾਂ, ਡਾਕਟਰ ਕਮਲਜੀਤ ਸਿੰਘ ਬੈਠੇ ਨੇ ਇੱਥੇ, ਕਿ ਜਦੋਂ ਪਰੰਪਰਾ ਨੂੰ ਅਸੀਂ ਦੇਖਦੇ ਹਾਂ, ਅਸੀਂ ਦਾ ਭਾਵ ਮੈਂ ਇਹ ਵੀ ਦੱਸੂੰਗਾ ਵੀ ਅਸੀਂ ਕੌਣ ਹਾਂ ਅਤੇ ਉਹ ਕੌਣ ਨੇ, ਇਹਦੀ ਵੀ ਮੈਂ ਵਿਆਖਿਆ ਕਰਕੇ ਦੱਸਣੀ ਚਾਹੂੰਗਾ।
ਕਿ ਜਦੋਂ ਅਸੀਂ ਪਰੰਪਰਾ ਨੂੰ ਪੜ੍ਹਦੇ ਹਾਂ ਤਾਂ ਅਸੀਂ ਪਰੰਪਰਾ ਨੂੰ ਡਿਵਾਈਨ ਅਤੇ ਰਿਲੀਜੀਅਸ ਕੈਟਾਗਰੀ ਵਿੱਚ ਰੱਖਦੇ ਹਾਂ, ਸਪਿਰਿਚੁਅਲ ਕੈਟਾਗਰੀ 'ਚ ਰੱਖਦੇ ਹਾਂ। ਪਰ ਜਦੋਂ ਇੰਡੀਆ ਦੇ ਵਿੱਚ ਜਾਂ ਇੰਟਰਨੈਸ਼ਨਲ ਲੈਵਲ 'ਤੇ ਐਕਡੈਮਿਕਸ ਵਿੱਚ ਟ੍ਰੈਡੀਸ਼ਨ ਨੂੰ ਪੜ੍ਹਾਇਆ ਜਾਂਦਾ ਤਾਂ ਇਹਨੂੰ ਸੋਸ਼ੋਲੋਜੀ 'ਚ ਰੱਖਿਆ ਜਾਂਦਾ ਕਿ ਇਹ ਸੋਸ਼ੋਲੋਜੀ ਦੀ ਇੱਕ ਕੈਟਾਗਰੀ ਆ। ਇਹਦਾ ਸਪਿਰਿਟ ਨਾਲ, ਇਹਦਾ ਡਿਵਾਈਨ ਥਾਟ ਨਾਲ, ਇਹਦਾ ਰਿਲੀਜਨ ਨਾਲ ਕੋਈ ਸੰਬੰਧ ਨਹੀਂ ਆ। ਇਹ ਸਿਰਫ ਸਮਾਜ ਦੇ ਵਿੱਚ ਰਹਿਣ ਦੇ ਲਈ ਬਣਾਏ ਹੋਏ ਕੁਝ ਨਿਯਮਾਂ ਨੂੰ ਆਧਾਰ ਬਣਾ ਕੇ ਵੀ ਆਹ ਖਾਣਾ, ਆਹ ਨਹੀਂ ਖਾਣਾ, ਆਹ ਪੀਣਾ, ਆਹ ਨਹੀਂ ਪੀਣਾ, ਐਵੇਂ ਜੀਣਾ, ਐਵੇਂ ਨਹੀਂ ਜੀਣਾ, ਸਰੀਰ ਨੂੰ ਠੀਕ ਰੱਖਣ ਦੇ ਤਰੀਕੇ। ਠੀਕ ਹੈ ਨਾ। ਜਿਵੇਂ ਫੋਰ ਐਗਜ਼ਾਮਪਲ ਯੋਗਾ ਦੀ ਬੜੀ ਚਰਚਾ ਚੱਲਦੀ ਅੱਜ ਕੱਲ੍ਹ, ਬਹੁਤ ਚਰਚਾ ਚੱਲਦੀ ਯੋਗਾ ਦੀ। ਯੋਗਾ ਪਤੰਜਲੀ ਨੇ ਯੋਗ ਸੂਤਰ ਦਾ ਜਿਹੜਾ ਗ੍ਰੰਥ ਆ ਉਹਦੇ ਵਿੱਚ ਯੋਗ ਦੀ ਗੱਲ ਕੀਤੀ ਆ। ਅਤੇ ਇੱਕ ਗੱਲ ਜਿਹੜੀ ਲਕੋ ਲਈ ਜਾਂਦੀ, ਇਹ ਗੱਲ ਠੀਕ ਆ, ਯੋਗ ਕਰਨ ਦੇ ਨਾਲ ਸਰੀਰ ਠੀਕ ਹੁੰਦਾ, ਤੰਦਰੁਸਤ ਹੁੰਦਾ, ਇਹ 'ਚ ਕੋਈ ਦੋ ਰਾਏ ਨਹੀਂ ਆ, ਕੋਈ ਦੋ ਰਾਏ ਨਹੀਂ ਆ। ਪਰ ਪਤੰਜਲੀ ਨੇ ਇਸੇ ਬਾਰੇ ਗੱਲ ਕਹੀ ਸੀ ਜਿਹੜੀ ਕੋਈ ਨਹੀਂ ਦੱਸਦਾ, ਉਹ ਯੋਗ ਸੂਤਰ ਦੇ ਵਿੱਚ ਲਿਖੀ ਆ। ਪਤੰਜਲੀ ਕਹਿੰਦਾ ਕਿ ਜਿਹੜਾ ਮਨੁੱਖ ਯੋਗਾ ਕਰੂਗਾ ਅਤੇ ਯੋਗਾ ਕਰਨ ਤੋਂ ਬਾਅਦ ਯੋਗਾ ਦੇ ਅਗਲੇ ਪੜਾਵਾਂ 'ਤੇ ਨਹੀਂ ਜਾਊਗਾ ਅਤੇ ਅਗਲੇ ਪੜਾਵਾਂ 'ਤੇ ਜਾ ਕੇ ਸਮਾਧੀ ਨੂੰ ਮੁੱਖ ਰੱਖ ਕੇ ਯੋਗਾ ਨਹੀਂ ਕਰੂਗਾ, ਇੱਕ ਦਿਨ ਸੁੱਕੀ ਲੱਕੜ ਵਾਂਗੂ ਸੁੱਕ ਕੇ ਮਰ ਜਾਊਗਾ। ਜਿਹੜਾ ਸਮਾਧੀ ਨੂੰ ਮੁੱਖ ਰੱਖ ਕੇ ਯੋਗਾ ਨਹੀਂ ਕਰੂਗਾ ਉਹ ਸੁੱਕੀ ਲੱਕੜ ਵਾਂਗੂ ਸੁੱਕ ਜਾਊਗਾ ਅਤੇ ਸੁੱਕ ਕੇ ਮਰ ਜਾਊਗਾ, ਨਿਰਬਲ ਹੋ ਕੇ ਮਰ ਜਾਊਗਾ। ਇਹ ਇੰਡੀਅਨ ਟ੍ਰੈਡੀਸ਼ਨ ਦੇ ਵਿੱਚ ਗੱਲ ਪਈ ਹੋਈ ਆ। ਪਰ ਜਿਹਨੇ ਇਹਦੀ ਮਾਰਕੀਟਿੰਗ ਕਰਨੀ ਆ ਉਹ ਤੁਹਾਨੂੰ ਇਹ ਗੱਲ ਕਿਉਂ ਦੱਸੇ? ਉਹ ਤੁਹਾਨੂੰ ਇਹ ਗੱਲ ਕਿਉਂ ਦੱਸੇ? ਉਹ ਨਹੀਂ ਦੱਸੂਗਾ। ਉਹ ਤਾਂ ਤੁਹਾਨੂੰ ਕਹੂਗਾ ਇਹ ਇੱਕ ਐਕਸਰਸਾਈਜ਼ ਆ, ਇਹਦੀ ਜੜ੍ਹ ਛੱਡ ਦਿਓ, ਜੜ੍ਹ ਕੱਟ ਕੇ ਦੱਸੂਗਾ ਤੁਹਾਨੂੰ। ਇਸ ਕਰਕੇ ਪਰੰਪਰਾ ਵਾ ਜਿਹੜੀ, ਜਦ ਤੱਕ ਤੁਸੀਂ ਪਰੰਪਰਾ ਦੀਆਂ ਜੜ੍ਹਾਂ ਤੱਕ ਨਹੀਂ ਜਾਂਦੇ, ਪਰੰਪਰਾ ਕਿਹੜਾ ਸੱਚ ਤੁਹਾਡੇ ਤੱਕ ਲੈ ਕੇ ਆ ਰਹੀ ਆ, ਪਰੰਪਰਾ ਕਹਿਣਾ ਕੀ ਚਾਹੁੰਦੀ ਹੈ ਤੁਹਾਨੂੰ, ਪਰੰਪਰਾ ਦੇ ਵਿੱਚ ਕਿਹੜਾ ਸੱਚ ਆ ਜਿਹੜਾ ਪਿਆ, ਜਿਹੜਾ ਸਾਡੇ ਤੱਕ ਟਰੈਵਲ ਕਰਾਉਣਾ ਚਾਹੁੰਦੇ ਸਾਡੇ ਬਜ਼ੁਰਗ, ਸਾਡੇ ਵੱਡੇ, ਜਦ ਤੱਕ ਤੁਸੀਂ ਉਹਦੇ 'ਤੇ ਕੇਂਦਰਿਤ ਨਹੀਂ ਹੋ ਜਾਂਦੇ ਤਦ ਤੱਕ ਪਰੰਪਰਾ ਬੋਝ ਲੱਗਦੀ ਹੈ। ਤਦ ਤੱਕ ਲੱਗਦਾ ਕਿ ਨਿਰਾ ਇਹਨੂੰ ਮੰਨਣਾ ਕਰਮਕਾਂਡ ਆ। ਪਰ ਇਹ ਜਿਸ ਨੂੰ ਕਰਮਕਾਂਡ ਕਹਿ ਦਿੱਤਾ ਜਾਂਦਾ ਵਾ, ਨਿਰੋਲ ਮਰਿਆਦਾ ਦੇ ਨਾਂ 'ਤੇ, ਜਿਹਨੂੰ ਕਈ ਜਾਣੇ ਇਨਕਾਰ ਕਰਦੇ ਇਸ ਗੱਲ ਤੋਂ। ਸੂਫੀਆਂ ਦੇ ਵਿੱਚ ਵੀ, ਬੜੇ ਪੰਜਾਬੀ ਸੂਫੀਆਂ ਦੇ ਵਿੱਚ ਮਰਿਆਦਾ ਤੋਂ ਭੱਜਦੇ ਨੇ, ਡਿਸਿਪਲਿਨ, ਡਿਵਾਈਨ ਡਿਸਿਪਲਿਨ ਤੋਂ ਇਨਕਾਰੀ ਹੁੰਦੇ ਨੇ, ਹੈ ਨਾ। ਇਸ ਕਰਕੇ ਇਹ ਸੱਚ ਨੂੰ ਜਦ ਤੱਕ ਅਸੀਂ ਦੇਖ ਨਹੀਂ ਲੈਂਦੇ ਤਦ ਤੱਕ ਇਸ ਗੱਲ ਨੂੰ ਅਸੀਂ ਸਮਝ ਨਹੀਂ ਸਕਦੇ। ਫਿਰ ਇੱਕ ਹੋਰ ਚੀਜ਼ ਪੜ੍ਹਾਈ ਜਾਂਦੀ ਆ, ਉਹਨੂੰ ਕਹਿੰਦੇ ਇਨਵੈਂਟਡ ਟ੍ਰੈਡੀਸ਼ਨ, ਨਿਰਮਿਤ ਕੀਤੀ ਹੋਈ ਟ੍ਰੈਡੀਸ਼ਨ, ਬਣਾਈ ਹੋਈ ਆ। ਬੜੀ ਕਮਾਲ ਦੀ ਗੱਲ ਆ। ਇੱਕ ਤਾਂ ਟ੍ਰੈਡੀਸ਼ਨ ਉਹ ਜਿਹੜੀ ਚੱਲੀ ਆ ਰਹੀ ਆ, ਇੱਕ ਉਹ ਆ ਜਿਹੜੀ ਟ੍ਰੈਡੀਸ਼ਨ ਨਿਰਮਾਣ ਕਰਤੀ ਜਾਂਦੀ, ਬਣਾ ਲਈ ਜਾਂਦੀ ਆ, ਅਤੇ ਉਹ ਬਣਾ ਕੇ ਇੱਕ ਪੀੜ੍ਹੀ ਨੂੰ ਪ੍ਰੈਕਟਿਸ ਕਰਾਤੀ ਜਾਂਦੀ ਆ, ਅਗਲੀ ਪੀੜ੍ਹੀ ਦੇ ਚੇਤਨ 'ਚ ਚਲੀ ਜਾਂਦੀ ਆ, ਤੀਸਰੀ ਪੀੜ੍ਹੀ ਦੇ, ਚੌਥੀ 'ਤੇ ਜਾਂਦੇ ਜਾਂਦੇ ਅਵਚੇਤਨ 'ਚ ਦਾਖਲ ਹੋ ਜਾਂਦੀ ਆ ਅਤੇ ਉਹ ਪਰੰਪਰਾ ਦਾ ਰੂਪ ਲੈ ਜਾਂਦੀ ਆ। ਫੋਰ ਐਗਜ਼ਾਮਪਲ ਨੈਸ਼ਨਲਿਜ਼ਮ ਦੇ ਵਿੱਚ ਜਿਹੜਾ ਨੈਸ਼ਨਲ ਐਂਥਮ ਹੁੰਦਾ, ਉਹਨੂੰ ਗਾਉਣ ਵਾਸਤੇ ਖੜ੍ਹੇ ਹੋਣਾ, ਇਹ ਇਨਵੈਂਟਡ ਟ੍ਰੈਡੀਸ਼ਨ ਆ। ਤੁਸੀਂ ਜਰਾ ਕਿਸੇ ਵੀ ਦੁਨੀਆ ਦੀ, ਸਿਰਫ ਇੰਡੀਆ ਨਹੀਂ, ਦੁਨੀਆ ਦੀ ਕਿਸੇ ਵੀ ਕੰਟਰੀ 'ਚ ਜਿਹੜਾ ਇਹਨੂੰ ਮਾਈਨਸ ਕਰਕੇ ਦਿਖਾਓ, ਕੰਟਰੀ ਹਿਲ ਜਾਂਦੀ ਹੈ, ਨੈਸ਼ਨਲਿਜ਼ਮ ਹਿਲ ਜਾਂਦਾ, ਨੈਸ਼ਨਲਿਜ਼ਮ ਦੀਆਂ ਜੜ੍ਹਾਂ ਹਿਲ ਜਾਂਦੀਆਂ ਇਹਦੇ ਨਾਲ, ਦੰਗੇ ਫਸਾਦ ਹੋ ਜਾਂਦੇ ਨੇ ਇਹਦੇ ਨਾਂ 'ਤੇ। ਕਿਉਂ? ਇਹ ਤਾਂ ਸਾਡੀ ਪਰੰਪਰਾ, ਇਹ ਤਾਂ ਸਾਡੀ ਪਰੰਪਰਾ ਵਾ। ਪਰ ਇਹ ਪਰੰਪਰਾ ਕਾਹਦੇ ਵਾਸਤੇ ਆ? ਇਹ ਪਰੰਪਰਾ ਕਿਹਨੂੰ ਡਿਵੋਟਡ ਆ? ਇੱਕ ਜ਼ਮੀਨ ਦੀ ਭੂਗੋਲਿਕ ਬਾਉਂਡਰੀਜ਼ ਨੂੰ, ਕੇਵਲ ਤੇ ਕੇਵਲ ਬਾਉਂਡਰੀਜ਼ ਨੂੰ, ਅਤੇ ਉਹਨਾਂ ਬਾਉਂਡਰੀਜ਼ ਤੋਂ ਬਾਹਰ ਜਿਹੜੀ ਦੁਨੀਆ ਵਾ ਉਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈਗਾ। ਉਹ ਬੰਦੇ ਹੋਣ, ਜਾਨਵਰ, ਉਹਨਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਠੀਕ ਆ। ਯਾਨੀ ਕਿ ਇੰਨੀ ਕੁ ਘੇਰੇ ਤੱਕ ਜਿਹੜੇ ਮਨੁੱਖ ਨੇ, ਅਤੇ ਇਹਨਾਂ ਘੇਰੇ ਤੱਕ ਰਹਿਣ ਵਾਲੇ ਮਨੁੱਖਾਂ ਦੇ ਉੱਤੇ ਜਿਹੜੀ ਸਟੇਟ ਰਾਜ ਕਰਦੀ ਪਈ ਆ, ਅਸੀਂ ਸਿਰਫ ਉਸ ਸਟੇਟ ਨੂੰ ਮੁੱਖ ਰੱਖ ਕੇ ਇਨਵੈਂਟਡ ਟ੍ਰੈਡੀਸ਼ਨਸ ਬਣਾ ਲਈਆਂ ਜਾਂਦੀਆਂ ਨੇ। ਅਤੇ ਸਟੇਟ ਕਰਦੀ ਆ, ਸਟੇਟ ਨੂੰ ਬੜੀ ਜਾਂਚ ਹੁੰਦੀ ਆ, ਬਹੁਤ ਜਾਂਚ ਹੁੰਦੀ ਆ। ਇਸ ਗੱਲ ਤੋਂ ਮੈਂ ਤਾਰੀਫ ਕਰਦਾ ਹਰ ਸਟੇਟ ਦੀ ਕਿ ਰਾਜ ਕਰਨ ਦੀ ਇੰਨੀ ਜਾਂਚ ਹੁੰਦੀ ਹੈ ਕਿ ਰਹਿ ਰੱਬ ਦਾ ਨਾਂ। ਇਹ ਕਮਾਲ ਆ। ਆਪਣੇ ਦੁਸ਼ਮਣ, ਤੁਹਾਡੇ ਦੁਸ਼ਮਣ ਦੇ ਵਿੱਚ ਵੀ ਜਿਹੜਾ ਕਮਾਲ ਹੋਵੇ, ਤਾਰੀਫ ਕਰਨੀ ਚਾਹੀਦੀ ਇਹਦੀ, ਹੈ ਨਾ। ਉਹਦੀ ਤਾਰੀਫ ਕਰਨੀ ਚਾਹੀਦੀ ਹੈ, ਕਿਉਂਕਿ ਉਹ ਮਾਸਟਰ ਕੀਤੀ ਹੋਈ ਕਿਸੇ ਚੀਜ਼ ਨੂੰ ਉਹਨਾਂ ਨੇ। ਦੁਸ਼ਮਣ ਤੁਹਾਡੇ ਨਿਯਮਾਂ 'ਤੇ ਨਹੀਂ ਲੜ ਸਕਦਾ ਤੁਹਾਡੇ ਨਾਲ, ਤੁਹਾਡਾ ਵਿਰੋਧੀ ਤੁਹਾਡੇ ਨਿਯਮਾਂ 'ਤੇ ਨਹੀਂ ਲੜ ਸਕਦਾ, ਉਹਦੇ ਆਪਣੇ ਨਿਯਮ ਨੇ, ਅਤੇ ਉਹਨੂੰ ਨਿਯਮ ਤੋੜਨੇ ਆਉਂਦੇ ਨੇ, ਨਿਯਮਾਂ ਦੀ ਵਿਆਖਿਆ ਨਵੀਂ ਘੜਨੀ ਆਉਂਦੀ ਉਹਨੂੰ, ਅਤੇ ਨਵੇਂ ਨਿਯਮ ਬਣਾ ਕੇ ਤੁਹਾਡੀਆਂ ਅੱਖਾਂ 'ਚ ਮਿੱਟੀ ਪਾ ਕੇ ਤੁਹਾਡੇ ਦਿਮਾਗ 'ਚ ਪਾਉਣਾ ਆਉਂਦਾ ਵੀ ਇਹੋ ਤਾਂ ਸਹੀ, ਮੈਂ ਕਦੋਂ ਝੂਠ ਬੋਲਿਆ, ਤੈਨੂੰ ਨਹੀਂ ਪਤਾ ਲੱਗਦਾ।
ਇਹ ਕਿਉਂ ਆ? ਕਿਉਂਕਿ ਅਸੀਂ ਆਪਣੀ ਮੈਟਾਫਿਜ਼ੀਕਲ ਟ੍ਰੈਡੀਸ਼ਨ ਨੂੰ, ਅਸੀਂ ਆਪਣੀ ਪਰਾਭੌਤਿਕ ਪਰੰਪਰਾ ਨੂੰ ਸਮਝਣ ਤੋਂ ਦੇ ਵਿੱਚ ਇਨਕਾਰੀ ਹਾਂ ਅਤੇ ਕੋਸ਼ਿਸ਼ ਨਹੀਂ ਕਰਦੇ। ਜੁੰਗ ਬੜਾ ਸੁਣ ਕਹਿੰਦਾ ਵੀ ਮੋਸਟ ਪੀਪਲ ਜੱਜ ਬਿਕੋਜ਼ ਦੇ ਕੈਨ ਨਾਟ ਥਿੰਕ। ਬਹੁਤੇ ਲੋਕ ਜੱਜ ਕਰਦੇ ਆ, ਕਿਸੇ ਬੰਦੇ ਨੂੰ ਵੇਖ ਕੇ ਨਾ ਐਂ ਹੀ ਅੰਦਾਜ਼ਾ ਲਾ ਦੇਣਾ, ਉਹ ਇਹ ਤਾਂ ਐਂ ਆ। ਬਹੁਤੇ ਪੀਪਲ ਜੱਜ ਕਰਦੇ ਆ, ਕਿਉਂ? ਕਿਉਂਕਿ ਉਹ ਸੋਚ ਨਹੀਂ ਸਕਦੇ। ਸੋਚਣ ਵਾਸਤੇ ਜ਼ੋਰ ਲੱਗਦਾ, ਬਲ ਲੱਗਦਾ, ਵਿਚਾਰਸ਼ੀਲ ਹੋਣ ਵਾਸਤੇ ਬਲ ਲੱਗਦਾ, ਅਤੇ ਉਹ ਬਲ ਖਰਚ ਨਹੀਂ ਕਰਨਾ ਚਾਹੁੰਦੇ। ਇਸ ਕਰਕੇ ਛੇਤੀ ਦਿਨੇ ਨਿਰਣਾ ਦੇ ਦਿੰਦੇ, ਜੱਜਮੈਂਟ ਦੇ ਦਿੰਦੇ। ਇਸੇ ਕਰਕੇ ਕਈ ਕਮਿਊਨਿਟੀਜ਼ ਦੇ ਬਾਰੇ ਸਟੀਰੀਓਟਾਈਪਸ ਬਣਾ ਲਏ ਜਾਂਦੇ ਆ। ਮੇਰਾ ਗਵਾਂਢੀ ਮੈਨੂੰ ਨਫ਼ਰਤ ਕਰੇ, ਕੋਈ ਗੱਲ ਨਹੀਂ, ਨੋਰਮਲ ਜੀ ਗੱਲ ਆ, ਆਮ ਲੋਕਾਂ ਦੇ ਵਿੱਚ ਹੁੰਦਾ, ਨਹੀਂ ਬਣਦੀ ਕਈ ਵਾਰੀ। ਪਰ ਮੇਰਾ ਗਵਾਂਢੀ ਕਿਸੇ ਜੱਜ ਦੀ ਕੁਰਸੀ 'ਤੇ ਬੈਠਾ ਹੋਵੇ ਅਤੇ ਮੇਰਾ ਕੇਸ ਉਹਦੀ ਅਦਾਲਤ ਜਾਵੇ, ਉਹ ਫਿਰ ਆਪਣੀ ਨਫ਼ਰਤ ਵਿਖਾਵੇ ਆਪਣੀ ਜੱਜਮੈਂਟ ਦੇ ਵਿੱਚ, ਫਿਰ ਬਹੁਤ ਮੁਸ਼ਕਿਲ ਗੱਲ ਆ। ਉਹ ਇਹ ਸਟੀਰੀਓਟਾਈਪ ਨੂੰ ਲੈ ਕੇ ਚੱਲੇ, ਫਿਰ ਬਹੁਤ ਮੁਸ਼ਕਿਲ ਗੱਲ ਆ। ਫਿਰ ਤਾਂ ਆਪ ਮੇਰੇ ਨਾਲ ਤਾਂ ਧੱਕਾਕਾਰੀ ਕਰ ਰਿਹਾ, ਉਹ ਆਪਣੀ ਉਸ ਕੁਰਸੀ ਨਾਲ ਵੀ ਧੱਕਾ ਕਰ ਰਿਹਾ। ਪਰ ਤੁਸੀਂ ਕਰੋਗੇ ਕੀ ਇੱਥੇ? ਕਿਉਂਕਿ ਉਹ ਜੱਜ, ਕਰੋਗੇ ਕੀ? ਜੱਜ ਤੁਸੀਂ ਨਹੀਂ ਆ। ਮੈਂ ਇੱਕ ਦੋ ਗੱਲਾਂ ਕਰਕੇ ਤੇ ਆਪਣੀ ਗੱਲ ਖਤਮ ਕਰਨੀ ਆ। ਡਾਕਟਰ ਸਾਹਿਬ ਨੇ ਜ਼ਿਕਰ ਕੀਤਾ ਸੀ ਭਾਈ ਮਨੀ ਸਿੰਘ ਜੀ ਦਾ, ਉਹਦੇ ਵਿੱਚ ਮੈਨੂੰ ਗੱਲ ਯਾਦ ਆ ਗਈ ਕਿ ਭਾਈ ਮਨੀ ਸਿੰਘ ਜੀ ਦਾ ਬੰਦ ਕੱਟਿਆ ਗਿਆ ਸੀ। ਮੈਨੂੰ ਪਤਾ ਨਹੀਂ ਕਿ ਭਾਈ ਮਨੀ ਸਿੰਘ ਦੀ ਤਸਵੀਰ ਇੱਕ ਮਿਲਦੀ, ਉਹ ਕਿੰਨੇ ਬਣਾਈ ਹੈ, ਪੇਂਟਰ ਦਾ ਨਾਮ ਨਹੀਂ ਪਤਾ, ਪਰ ਉਹ ਪੇਂਟਰ ਦੇ ਫੋਟੋ ਦੇ ਵਿੱਚ ਕੀ ਆ ਕਿ ਜਿਹੜਾ ਜੱਲਾਦ ਆ ਉਹਦੇ ਹੱਥ ਦੇ ਵਿੱਚ ਵੈਪਨ ਆ, ਅਤੇ ਉਹ ਭਾਈ ਸਾਹਿਬ ਨੂੰ ਬੰਦ ਕੱਟਣ ਲੱਗਾ, ਇੱਥੋਂ ਸ਼ੁਰੂ ਕਰਨ ਲੱਗਾ, ਅਤੇ ਭਾਈ ਸਾਹਿਬ ਨੇ ਉਂਗਲ ਕੀਤੀ ਹੋਈ ਆ ਵੀ ਇੱਥੋਂ ਨਹੀਂ, ਵੀ ਇੱਥੋਂ। ਐਵੇਂ ਹੈ ਨਾ? ਉਹਦਾ ਮਤਲਬ ਕੀ ਆ? ਬੇਸਿਕਲੀ ਜਦੋਂ ਤੁਸੀਂ ਸਾਰਾ ਕੁਝ ਇਹ 'ਚ ਇਨਵੋਲਵ, ਇਸ ਗੱਲ ਨੂੰ ਸਮਝਣ ਵਿੱਚ, ਕੱਟ ਕੌਣ ਰਿਹਾ? ਇੱਕ ਮੁਸਲਮਾਨ। ਅਤੇ ਬੰਦ ਕਿਹਦਾ ਕੱਟਿਆ ਜਾ ਰਿਹਾ? ਇੱਕ ਸਿੱਖ ਦਾ। ਅਤੇ ਸਿੱਖ ਕੀ ਦੇ ਰਿਹਾ? ਸ਼ਹਾਦਤ ਦੇ ਰਿਹਾ। ਸ਼ਹਾਦਤ ਦਾ ਮਤਲਬ ਸ਼ਹੀਦੀ, ਗਵਾਹੀ। ਅਤੇ ਗਵਾਹੀ ਕਿਹੜੀ ਗੱਲ ਦੀ? ਕਿ ਮੈਂ ਇਸ ਗੱਲ ਦੀ ਗਵਾਹੀ ਦਿੰਦਾ ਕਿ ਉਸ ਖੁਦਾ ਤੋਂ, ਉਸ ਪਰਮਾਤਮਾ ਤੋਂ ਇਲਾਵਾ ਕੋਈ ਨਹੀਂ ਆ, ਸਾਰੀ ਤਾਕਤ ਉਹਦੀ ਆ, ਸਾਰੇ ਉਹਦੇ ਬੱਚੇ ਨੇ, ਉਹਦੀ ਤਾਕਤ ਤੋਂ ਬਿਨਾਂ ਪੱਤਾ ਨਹੀਂ ਹਿਲਦਾ, ਜੋ ਉਹਦੀ ਰਜ਼ਾ 'ਚ ਉਹ ਕਰੂਗਾ, ਉਹਦੀ ਮਰਜ਼ੀ ਆ, ਜੇ ਉਹਨੂੰ ਜਿਵੇਂ ਉਹਨੂੰ ਪਾਊਗਾ ਉਵੇਂ ਹੋਊਗਾ। ਇਸ ਗੱਲ ਦੀ ਸ਼ਹਾਦਤ, ਠੀਕ। ਅਤੇ ਮੇਰੇ 'ਚ ਕੋਈ ਕੁਝ ਵੀ ਕਰਨ ਦਾ ਬਲ ਨਹੀਂ ਹੈਗਾ, ਇਸ ਗੱਲ ਦੀ ਗਵਾਹੀ। ਅਤੇ ਜਦੋਂ ਮੁਸਲਮਾਨ ਨਮਾਜ਼ ਪੜ੍ਹਦੇ ਆ, ਕਦੇ ਦੇਖਿਆ ਜੇ ਧਿਆਨ ਨਾਲ, ਨਮਾਜ਼ ਪੜ੍ਹਨ ਦੇ 3-4 ਰੁਕਨ ਪਾਰਟਸ ਹੁੰਦੇ ਨੇ। ਖੱਬੇ ਸੱਜੇ ਸਿਰ ਕਰਨਾ, ਇੱਧਰ ਲਿਆਂਦੀ ਸਲਾਮਤ ਹੋਵੇ, ਇੱਧਰ ਲਿਆਂਦੀ ਸਲਾਮਤ ਹੋਵੇ, ਅਤੇ ਮੁੜ ਕੇ ਪੈਰਾਂ ਭਾਰ ਬੈਠ ਕੇ ਜਦੋਂ ਜਿਸ ਤਰ੍ਹਾਂ ਬੈਠਦੇ ਆ, ਅਤੇ ਇੱਕ ਉਂਗਲ ਉੱਤੇ ਕਰਦੇ ਆ, ਪੱਟ 'ਤੇ ਹੱਥ ਰੱਖਿਆ ਹੁੰਦਾ ਅਤੇ ਉਂਗਲ ਉੱਤੇ ਕਰਦੇ ਆ। ਕਦੇ ਦੇਖਿਆ ਜੀ? ਇਹ ਨਮਾਜ਼ ਦਾ ਪਾਰਟ ਆ, ਉਹਦਾ ਰੁਕਨ ਆ ਇੱਕ। ਇਹਦਾ ਮਤਲਬ ਕਿ ਇਹਨੂੰ ਕੀ ਕਹਿੰਦੇ ਆ? ਇਹਨੂੰ ਕਹਿੰਦੇ ਆ ਅੰਗੁਸ਼ਤੇ ਸ਼ਹਾਦਤ, ਸ਼ਹਾਦਤ ਦੀ ਉਂਗਲ, ਕਿ ਮੈਂ ਇਸ ਉਂਗਲ ਦੀ ਗਵਾਹੀ ਦਿੰਦਾ ਕਿ ਆਹ ਉਂਗਲ ਮੇਰੀ ਹੁਣੇ ਕੱਟੀ ਜਾਵੇ, ਭਾਵੇਂ ਮੈਂ ਗਵਾਹੀ ਦੇਣਾ ਵੀ ਅੱਲਾ ਇੱਕੋ ਵਾਹਿਦ ਆ, ਕਹਾਰ ਜਬਾਰ ਵੀ ਉਹੀ ਆ ਅਤੇ ਰਹੀਮੋ ਕਰੀਮ ਵੀ ਉਹੀ ਆ, ਮੈਂ ਗਵਾਹੀ ਦਿੰਦਾ। ਅਤੇ ਜਦੋਂ ਜੱਲਾਦ ਭਾਈ ਸਾਹਿਬ ਨੂੰ ਬੰਦ ਕੱਟਣ ਲੱਗਦਾ ਅਤੇ ਇੱਥੋਂ ਸ਼ੁਰੂ ਕਰਦਾ, ਅਤੇ ਭਾਈ ਸਾਹਿਬ ਇਸ਼ਾਰੇ ਨਾਲ ਉਹਨੂੰ ਦੱਸਦੇ ਆ ਕਿ ਭਾਈ ਅੰਗੁਸ਼ਤੇ ਸ਼ਹਾਦਤ ਅਸੀਂ ਦੇ ਕੇ ਦੱਸਾਂਗੇ ਕੀ ਕਿਹਨੂੰ ਕਹਿੰਦੇ ਆ, ਆਹ ਵਾ ਅੰਗੁਸ਼ਤੇ ਸ਼ਹਾਦਤ। ਅਤੇ ਇੱਕੋ ਨਹੀਂ ਦਿੱਤੀ ਗਈ, ਅਸੀਂ ਸੱਚੀ 'ਚ ਦੇ ਕੇ ਵਿਖਾਉਂਦੇ ਹਾਂ, ਆਹ ਸੱਚੀ ਦੀ ਅੰਗੁਸ਼ਤੇ ਸ਼ਹਾਦਤ ਆ, ਤੂੰ ਇੱਥੋਂ ਕੱਟ। ਅਤੇ ਇਹਨੂੰ ਕੱਟਣ ਦੇ ਬਾਵਜੂਦ ਮੈਂ ਗੱਲ ਮੰਨਦਾ ਕਿ ਅਕਾਲ ਪੁਰਖ ਵਾਹਿਦ ਆ, ਉਸ ਤੋਂ ਇਲਾਵਾ ਕੁਝ ਨਹੀਂ। ਸਿਰਫ ਇਸ਼ਾਰੇ ਦੀ ਉਂਗਲ ਨਹੀਂ ਹੈ, ਇਹ ਸੱਚੀ ਦੀ ਅੰਗੁਸ਼ਤੇ ਸ਼ਹਾਦਤ ਆ। ਇਹ ਨਿੱਕੀਆਂ ਚੀਜ਼ਾਂ ਜਦ ਤੱਕ ਅਸੀਂ ਨਹੀਂ ਜਾਣ ਲੈਂਦੇ, ਤਦ ਤੱਕ ਬਹੁਤ ਮੁਸ਼ਕਿਲ ਹੋਏਗੀ। ਹੁਣ ਬਾਣੀ ਆ, 3 ਸ਼ਬਦ ਨੇ ਮੇਰੇ ਕੋਲ, ਇਹ ਅਖੀਰਲੀ ਗੱਲ ਕਰਕੇ ਮੈਂ ਆਪਣੀ ਗੱਲ ਸਮਾਪਤ ਕਰਾਂਗਾ। ਇੱਕ ਬਾਣੀ ਆ, ਇੱਕ ਕੀਰਤਨ ਆ। ਬਾਣੀ ਪੜ੍ਹਨਾ ਬਹੁਤ ਲਾਹੇਵੰਦ ਆ, ਕੋਈ ਦੋ ਰਾਏ ਨਹੀਂ ਇਹਦੇ 'ਚ। ਬਾਣੀ ਸੁਣੀ, ਬਰਫ਼ ਆ ਜਿਵੇਂ, ਜਾਣ ਕੇ ਹੱਥ ਲਾਓ, ਅਣਜਾਣੇ 'ਚ ਹੱਥ ਲਾਓ, ਉਹਨੇ ਤਾਂ ਠਾਰ ਹੀ ਦੇਣਾ, ਉਹਨੇ ਤਾਂ ਸੀਤਲ ਕਰ ਹੀ ਦੇਣਾ। ਅੱਗ ਆ, ਜਾਣੇ 'ਚ ਹੱਥ ਲਾਓ, ਅਣਜਾਣੇ 'ਚ ਹੱਥ ਲਾਓ, ਉਹਨੇ ਸਾੜ ਹੀ ਦੇਣਾ। ਬਾਣੀ ਸੋਚ ਕੇ ਪੜ੍ਹੋ, ਬਿਨਾਂ ਸੋਚੇ ਪੜ੍ਹੋ, ਲੰਘਦਿਆਂ ਕੰਨ 'ਚ ਪੈ ਜੇ ਗੁਰਦੁਆਰੇ ਲਾਗੋਂ, ਉਹਨੇ ਤਾਂ ਆਪਣਾ ਫਾਇਦਾ ਕਰ ਹੀ ਜਾਣਾ, ਉਹਦਾ ਕੋਈ ਨੁਕਸਾਨ ਨਹੀਂ। ਪਰ ਬਾਣੀ ਦਾ ਜਿਹੜਾ ਪੂਰਾ ਸਰੂਪ, ਜਿਹੜੀ ਸਾਡੀ ਪਰੰਪਰਾ ਦੇ ਸ਼ਬਦ ਦੇ ਇਹਦੇ ਕੰਸਰਨ ਦੇ ਵਿੱਚ, ਪ੍ਰਕਰਨ ਦੇ ਵਿੱਚ ਗੱਲ ਕਰਨ ਲੱਗਾ ਕਿ ਜਦੋਂ ਬਾਣੀ ਗਾਵੀ ਜਾਂਦੀ ਆ, ਕਿਉਂਕਿ ਬਾਣੀ ਲਿਖੀ ਨਹੀਂ ਗਈ, ਬਾਣੀ ਗਾਵੀ ਗਈ ਆ। ਉਹ ਕਹਿੰਦੇ ਮਰਦਾਨਿਆਂ ਰਬਾਬ ਜਾ, ਗਾਉਣੀ ਆ ਬਾਣੀ, ਬਾਣੀ ਦਾ ਸਰੂਪ ਗਾਉਣਾ। ਇਸ ਕਰਕੇ ਬਾਣੀ ਪੜ੍ਹਨ ਦੀ ਗੱਲ ਤਾਂ ਠੀਕ ਆ, ਪਰ ਜਦੋਂ ਬਾਣੀ ਗਾਵੀ ਜਾਂਦੀ ਆ ਤਾਂ ਉਹ ਆਪਣਾ ਪੂਰਾ ਜਲਾਓ ਵਿਖਾਉਂਦੀ ਆ, ਪੂਰੇ ਜਲਾਓ ਵਿੱਚ ਹੁੰਦੀ ਆ। ਜਿਵੇਂ ਫੋਰ ਐਗਜ਼ਾਮਪਲ ਨਾਟਕ ਪੜ੍ਹ ਵੀ ਲਈਦਾ, ਕਿਤਾਬਾਂ ਮਿਲਦੀਆਂ ਨਾਟਕਾਂ ਦੀਆਂ, ਪਰ ਜਦ ਤੱਕ ਨਾਟਕ ਮੰਚ 'ਤੇ ਖੇਡਿਆ ਨਹੀਂ ਜਾਂਦਾ, ਆਪਣਾ ਪੂਰਾ ਪ੍ਰਭਾਵ ਹੀ ਨਹੀਂ ਪਾਉਂਦਾ। ਇਵੇਂ ਹੀ ਇੱਕ ਚੀਜ਼ ਜਿਹਦੀ ਮੇਰੇ ਦਿਲ 'ਚ ਇੱਛਾ ਵਾ ਕਿ ਐਕਡੈਮਿਕਸ ਦੇ ਵਿੱਚ ਹੋਵੇ, ਉਹ ਕੀ ਆ
ਪੁਰਾਤਨ ਵਾਰਤਕ ਪੜ੍ਹਾਈ ਜਾਂਦੀ ਆ, ਸਾਖੀ ਸਾਹਿਤ ਪੜ੍ਹਾਇਆ ਜਾਂਦਾ, ਅਸੀਂ ਸਾਖੀ ਸੁਣਦੇ ਵੀ ਹਾਂ। ਪਰ ਸਾਖੀ ਜਿੰਨਾ ਚਿਰ ਕੋਈ ਪੜ੍ਹ ਕੇ ਉਹਦਾ ਰਸ ਲੈ ਕੇ ਤੇ ਪੂਰੇ ਰਸ ਨਾਲ ਕਿਸੇ ਨੂੰ ਸੁਣਾਵੇ ਨਾ, ਸਾਖੀ ਆਪਣਾ ਪੂਰਾ ਪ੍ਰਭਾਵ ਹੀ ਨਹੀਂ ਦਿੰਦੀ। ਸਾਖੀ ਸੁਣਾਉਣ ਦੇ ਨਾਲ ਜਾਗਦੀ ਆ, ਪੂਰੀ ਮੌਲਦੀ ਆ, ਪੂਰੇ ਖਿੜ ਕੇ ਸਾਹਮਣੇ ਆਉਂਦੀ ਆ। ਇਸ ਕਰਕੇ ਐਕੈਡੈਮਿਕਸ ਦੇ ਵਿੱਚ ਚਾਹੀਦਾ ਕਿ ਜਿਵੇਂ ਕੀਰਤਨ ਦੀਆਂ ਕਲਾਸਾਂ ਲੱਗਦੀਆਂ, ਕੀਰਤਨ ਕੀਤਾ ਜਾਂਦਾ, ਉਵੇਂ ਸਾਖੀ ਸੁਣਾਉਣ ਦਾ ਵੀ ਕੰਪੀਟੀਸ਼ਨ ਜਾਂ ਦਾ ਪੇਪਰ ਹੋਵੇ। ਕੋਈ ਵਿਦਿਆਰਥੀ ਸਾਖੀ ਪੜ੍ਹ ਕੇ ਆਵੇ ਤੇ ਬਹਿ ਕੇ ਚੌਂਕੜਾ ਮਾਰ ਕੇ ਸੁਣਾਵੇ, ਤੇ ਕਿੰਨੇ ਕੁ ਹਿਰਦੇ ਨਾਲ ਸੁਣਾਈ ਜਾਂਦੀ ਆ। ਨੀਤਸ਼ੇ ਵੈਸਟ ਦਾ ਬੜਾ ਵੱਡਾ ਫਿਲਾਸਫਰ ਹੋਇਆ, ਉਹਨੇ ਕ੍ਰਿਸਚੈਨਿਟੀ ਦੇ ਸਾਹਮਣੇ ਇੱਕ ਥੰਮ ਖੜਾ ਕਰਤਾ, ਅੱਜ ਤੱਕ ਨਹੀਂ ਸੂਤ ਆਉਣ ਡਿਆ ਉਹਨਾਂ ਕੋਲੋਂ। ਕਿਉਂ? ਪਤਾ ਕਿਉਂ? ਕਿਉਂਕਿ ਬਾਈਬਲ ਜ਼ੁਬਾਨੀ ਕੰਠ ਸੀ, ਤੇ ਬਚਪਨ ਦੇ ਵਿੱਚ ਬਾਈਬਲ ਦੀਆਂ ਸਾਖੀਆਂ ਬੜੇ ਪਿਆਰ ਨਾਲ ਸੁਣਾਉਂਦਾ ਸੀ, ਸਾਰਾ ਪਿੰਡ ਇਕੱਠਾ ਹੋ ਜਾਂਦਾ ਸੀ। ਬਾਈਬਲ ਯਾਦ ਸੀ ਉਹਨੂੰ, ਤੇ ਬਾਈਬਲ ਇੰਨੀ ਚੰਗੀ ਤਰ੍ਹਾਂ ਯਾਦ ਸੀ ਕਿ ਉਹਦੇ ਵਿਚਲੀਆਂ ਵਿਥਾਂ ਵੀ ਨਜ਼ਰ ਆਉਂਦੀਆਂ ਸੀ ਉਹਨੂੰ। ਬਾਈਬਲ ਦੇ ਵਿੱਚ ਬਰੀਕੀਆਂ ਵੀ ਲੱਭ ਸਕਦਾ ਸੀ, ਫਿਲਸੋਫੀਕਲ ਪੈਟਰਨ ਲੱਭ ਸਕਦਾ ਸੀ ਉਹ 'ਚੋਂ। ਇਸੇ ਕਰਕੇ ਉਹਨੇ ਵੈਸਟ ਨੂੰ ਪ੍ਰੋਬਲਮ ਖੜੀ ਕਰਤੀ ਬਹੁਤ ਵੱਡੀ, ਐਂਟੀ ਕ੍ਰਾਈਸਟ ਦਾ ਥਾਟ ਦੇਤਾ ਉਹਨੇ। ਇਸ ਕਰਕੇ ਮੁੱਖ ਦੀ ਗੱਲ ਇਹ ਕਿ ਜਿੰਨਾ ਚਿਰ ਅਸੀਂ ਕਿਸੇ ਸੱਚ ਨੂੰ ਜਾਣ ਨਹੀਂ ਲੈਂਦੇ, ਸਮਝ ਨਹੀਂ ਲੈਂਦੇ, ਕਿਸੇ ਚੀਜ਼ ਨੂੰ ਪੂਰਨ ਰੂਪ ਦੇ ਵਿੱਚ ਉਹਦੀਆਂ ਬਰੀਕੀਆਂ ਨੂੰ ਨਹੀਂ ਜਾਣ ਲੈਂਦੇ, ਤਦ ਤੱਕ ਅਸੀਂ ਉਸ ਚੀਜ਼ ਦੇ ਸੱਚ ਨੂੰ ਨਹੀਂ ਪਛਾਣ ਸਕਦੇ, ਉਸ ਚੀਜ਼ ਦੇ ਪਿੱਛੇ ਪਈ ਪਰੰਪਰਾ ਨੂੰ ਵੀ ਨਹੀਂ ਪਛਾਣ ਸਕਦੇ। ਤੇ ਸਿੱਖਾਂ ਨੂੰ ਇਹ ਚਾਹੀਦਾ, ਸਿੱਖਾਂ ਨੂੰ ਕੀ ਸਾਰਿਆਂ ਨੂੰ ਹੀ ਚਾਹੀਦਾ, ਸਿੱਖ ਜਿਹੜਾ ਸਿੱਖ ਨੂੰ ਨਫ਼ਰਤ ਕਰਦਾ ਨਾ, ਉਹਨੂੰ ਵੀ ਬੇਨਤੀ ਹੈ, ਭਾਈ ਪੜ੍ਹ, ਮਿਹਨਤ ਕਰ, ਕਿਉਂਕਿ ਜਿਹੜਾ ਸੱਚ ਜਾਣ ਲਊਗਾ ਕਿਸੇ ਨੂੰ ਨਫ਼ਰਤ ਨਹੀਂ ਕਰੂਗਾ, ਉਹ ਕਿਸੇ ਨੂੰ ਨਫ਼ਰਤ ਨਹੀਂ ਕਰੂਗਾ। ਇੱਕ ਬੜੀ ਮੈਨੂੰ ਇਹ ਗੱਲ ਜੱਚਦੀ ਨਹੀਂ ਆ, ਕੋਈ ਕਹਿੰਦਾ ਵੀ ਹਿੰਦੂਆਂ ਤੇ ਸਿੱਖਾਂ ਦੀ ਲੜਾਈ ਆ, ਕੋਈ ਕਹਿੰਦਾ ਮੁਸਲਮਾਨਾਂ ਤੇ ਈਸਾਈਆਂ ਦੀ ਲੜਾਈ ਆ, ਕੋਈ ਕਹਿੰਦਾ ਸ਼ੀਆ ਦੀ ਤੇ ਸੁੰਨੀਆਂ ਦੀ ਲੜਾਈ ਆ। ਮੈਂ ਇਸ ਗੱਲ ਤੋਂ ਬਿਲਕੁਲ ਇਨਕਾਰੀ ਹਾਂ, ਮੈਨੂੰ ਇਹ ਗੱਲ ਜੱਚਦੀ ਨਹੀਂ। ਮੈਂ ਕਹਿੰਦਾ ਲੜਾਈ ਕਿਹਨਾਂ ਦੀ ਆ? ਲੜਾਈ ਦੋ ਤਰ੍ਹਾਂ ਦੁਨੀਆ 'ਚ ਹੈਗੀਆਂ ਵਾ, ਦੋ ਹੀ ਧਿਰਾਂ ਨੇ। ਉਹ ਕਿਹੜੀਆਂ? ਬਾਬੇ ਕੇ ਤੇ ਬਾਬਰ ਕੇ, ਦੋ ਧਿਰਾਂ ਨੇ। ਜਦੋਂ ਸਾਰੀ ਦੁਨੀਆ ਦੀ ਜੰਗ ਲੱਗੂਗੀ ਤਾਂ ਇੱਕ ਪਾਸੇ ਬਾਬੇ ਕੇ ਹੋਣਗੇ, ਤੇ ਬਾਬੇ ਕੇ ਕੌਣ? ਜਿਹੜੇ ਉਸ ਪ੍ਰਮੋਡੀਅਲ ਟਰੁੱਥ ਨੂੰ ਮੰਨਦੇ ਆ, ਜਿਹੜੇ ਉਸ ਇੱਕ ਸੱਚ ਨੂੰ ਮੰਨਦੇ ਆ। ਤੇ ਬਾਬਰ ਕੇ ਕਿਹੜੇ? ਜਿਹੜੇ ਇਸ ਸੰਸਾਰ ਨੂੰ ਮੰਨਦੇ, ਸੱਤਾ ਨੂੰ ਮੰਨਦੇ ਆ। ਲੜਾਈ ਹਮੇਸ਼ਾ ਮੈਟਾਫਿਜ਼ੀਕਲ ਸੱਚ ਨੂੰ ਮੰਨਣ ਵਾਲੇ ਤੇ ਇਸ ਦੁਨੀਆ ਦੇ ਤਖਤ ਨੂੰ ਮੰਨਣ ਵਾਲੇ, ਇਹਨਾਂ ਦੋਨਾਂ ਦੇ ਵਿੱਚ ਹੁੰਦੀ ਆ, ਹੋਰ ਕਿਸੇ 'ਚ ਲੜਾਈ ਨਹੀਂ ਹੁੰਦੀ। ਬਸ ਦੋ ਹੀ ਧਿਰਾਂ ਨੇ, ਇੱਕ ਸੱਤਾਧਾਰੀ ਆ, ਉਹ ਸਿੱਖ ਵੀ ਹੋ ਸਕਦਾ, ਹਿੰਦੂ ਵੀ ਹੋ ਸਕਦਾ, ਮੁਸਲਮਾਨ ਵੀ ਹੋ ਸਕਦਾ, ਈਸਾਈ ਵੀ ਹੋ ਸਕਦਾ, ਉਹ ਕੋਈ ਵੀ ਹੋ ਸਕਦਾ, ਉਹਦਾ ਕੋਈ ਨਸਲ ਨਹੀਂ ਆ, ਉਹਦਾ ਕੋਈ ਰੰਗ ਨਹੀਂ ਆ, ਉਹਦਾ ਕੋਈ ਰੂਪ ਨਹੀਂ, ਉਹਦਾ ਕੋਈ ਧਰਮ ਨਹੀਂ ਆ। ਤੇ ਦੂਜੇ ਜਿਹੜੇ ਬਾਬੇ ਕੇ ਆ, ਉਹ ਮੁਸਲਮਾਨ ਮੋਮਿਨ ਵੀ ਹੋ ਸਕਦਾ, ਉਹ ਸੱਚਾ ਪੰਡਿਤ ਵੀ ਹੋ ਸਕਦਾ, ਉਹ ਕੋਈ ਯਹੂਦੀ ਵੀ, ਹੈਸਡਿਕ ਵੀ ਹੋ ਸਕਦਾ ਵਾ, ਕੋਈ ਜ਼ੈਨ ਫਕੀਰ ਵੀ ਹੋ ਸਕਦਾ, ਜਿਹੜਾ ਉਹ ਸੱਚ ਦੇ ਵਿੱਚ ਯਕੀਨ ਰੱਖਦਾ ਤੇ ਸੱਤਾ ਉਹਨੂੰ ਦੱਬ ਕੇ ਬੈਠੀ ਹੋਈ ਹੈ। ਦੋ ਹੀ ਧਿਰਾਂ ਨੇ, ਬਾਬੇ ਕੇ ਤੇ ਬਾਬਰ ਕੇ। ਤੇ ਜਦੋਂ ਅਸੀਂ ਇਸ ਆਪਣੀ ਪਰੰਪਰਾ ਨੂੰ ਪਛਾਣਾਂਗੇ, ਜਿਹੜਾ ਵੀ ਜਿੱਥੇ ਵੀ ਬੈਠਾ ਆਪਣੀ ਪਰੰਪਰਾ ਨੂੰ ਪਛਾਣੇ, ਕਿਉਂਕਿ ਹਰੇਕ ਟਾਹਣੀ ਦੇ ਜਦੋਂ ਤੁਸੀਂ ਮੂਲ ਤੱਕ ਜਾਓਗੇ ਤਾਂ ਜੜ ਇੱਕ ਹੀ ਨਿਕਲਣੀ ਹੈ, ਅਖੀਰ ਵਿੱਚ ਇੱਕ ਹੀ ਜੜ ਨਿਕਲਣੀ। ਇੰਨੀ ਕੁ ਮੈਂ ਗੱਲ ਕਰਨੀ ਚਾਹੁੰਦਾ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।